ਸਵਾਗਤ ਹੈ ਜੀ। ਮੈਂ ਸਮੀਪ ਸਿੰਘ ਗੁਮਟਾਲਾ। ਅੱਜ ਫਿਰ ਤੋਂ ਤੁਹਾਡੇ ਨਾਲ ਇੱਕ ਨਵੀਂ ਗੱਲਬਾਤ, ਜਿਹੜੀ ਕਿ ਸਾਡੇ ਸਿੱਖੀ ਦਾ ਕੇਂਦਰ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਨਾਲ ਜੁੜੀ ਹੋਈ ਹੈ, ਉਹ ਲੈ ਕੇ ਆਏ ਹਾਂ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅੰਮ੍ਰਿਤਸਰ। ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਵਸਾਈ ਗਈ ਨਗਰੀ, ਜੋ ਕਿ ਇੱਕ ਬੜਾ ਵੱਡਾ ਅਸੀਂ ਕਹਾਂਗੇ ਟੂਰਿਸਟ ਪਲੇਸ ਵੀ ਹੈ ਹੁਣ, ਜਿੱਥੇ ਹਜ਼ਾਰਾਂ ਸੈਲਾਨੀ ਸ਼ਰਧਾਲੂ ਤੇ ਚਲੋ ਆਉਂਦੇ ਵੀ ਨੇ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਤੇ ਹੋਰਨਾਂ ਥਾਵਾਂ ਲਈ। ਪਰ ਨਾਲ ਦੀ ਨਾਲ ਹਰਿਮੰਦਰ ਸਾਹਿਬ ਦੇ ਨਾਲ ਹੋਰ ਬੜੀਆਂ ਜਗ੍ਹਾ ਨੇ ਅੰਮ੍ਰਿਤਸਰ ਦੇ ਲਾਗੇ ਲਾਗੇ, ਜਿੱਥੇ ਵੱਡੀ ਗਿਣਤੀ ਜਿਹੜੀ ਹੈ ਸੈਲਾਨੀਆਂ ਦੀ ਆਉਂਦੀ ਹੈ ਰੋਜ਼ਾਨਾ। ਤੇ ਇੱਕ ਅੰਦਾਜ਼ੇ ਮੁਤਾਬਕ ਲੱਖ ਤੋਂ 1.5 ਲੱਖ ਜਿਹੜੇ ਨੇ ਸ਼ਰਧਾਲੂ ਇੱਕ ਦਰਬਾਰ ਸਾਹਿਬ ਜਿਹੜੇ ਨੇ ਨਤਮਸਤਕ ਹੋਣ ਲਈ ਜਾਂਦੇ ਨੇ। ਕੋਵਿਡ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਸ਼ੁਰੂ ਹੋਇਆ, ਤੇ ਇਸਨੇ ਜਿਹੜੀ ਹੈ ਬਹੁਤ ਹੀ ਜਿੱਦਾਂ ਕਹਾਂਗੇ ਵਪਾਰ, ਜਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸੜਕਾਂ ਜਿਹੜੀਆਂ ਸਨ ਸੁੰਨਸਾਨ ਹੋ ਗਈਆਂ, ਕਈ ਜਹਾਜ਼ ਜਿਹੜੇ ਉੜਦੇ ਸਨ, ਸਭ ਕੁਝ ਬੰਦ ਹੋ ਗਿਆ। ਜ਼ਿੰਦਗੀ ਜਿੱਥੇ ਸੀ ਉੱਥੇ ਹੀ ਖਲੋ ਗਈ। ਇਸ ਦੇ ਨਾਲ ਬਹੁਤ ਹੀ ਜਿਹੜੇ ਨੇ ਕਾਰੋਬਾਰ, ਹੋਰ ਵੀ ਚੀਜ਼ਾਂ ਨੂੰ ਬੜਾ ਅਸਰ ਹੋਇਆ। ਜਿਹੜਾ ਅੰਮ੍ਰਿਤਸਰ ਹੈ ਉਹਦੇ ਨਾਲ ਜਦੋਂ ਤੁਸੀਂ ਕੋਈ ਵੀ, ਜੇ ਕੋਈ ਟੂਰਿਸਟ ਪਲੇਸ ਵੀ ਹੋ ਜਾਏ, ਜਦੋਂ ਸੈਲਾਨੀ ਆਉਂਦੇ ਨੇ ਤੇ ਬਹੁਤ ਹੀ ਵਪਾਰ ਜੁੜੇ ਹੋਏ ਨੇ, ਜਿੱਦਾਂ ਹੋਟਲ ਨੇ, ਹੋਰ ਵੀ ਚੀਜ਼ਾਂ ਨੇ। ਉਹਦੇ ਵਿੱਚ ਇੱਕ ਚੀਜ਼ ਜਿਹੜਾ ਕਿੱਤਾ ਜਿਹੜਾ ਹੈ, ਕਈ ਲੋਕ ਤੇ ਚਲੋ ਪੈਸੇ ਲਈ ਕਰਦੇ ਨੇ, ਕਈ ਲੋਕ ਜਿਨ੍ਹਾਂ ਨੂੰ ਇੱਕ ਲਗਾਵ ਹੁੰਦਾ ਹੈ, ਇੱਕ ਆਪਣਾ ਸ਼ਹਿਰ ਵੀ ਹੋ ਗਿਆ। ਜਾਂ ਅਸੀਂ ਗੱਲ ਕਰੀਏ ਹੈਰੀਟੇਜ ਦੀ, ਅਸੀਂ ਵਿਦੇਸ਼ ਜਾਂਦੇ ਹਾਂ, ਉੱਥੇ ਬਹੁਤ ਹੀ ਜਿਹੜੀਆਂ ਨੇ ਡਿਫਰੈਂਟ ਟੂਰਿਜ਼ਮ ਪਲੇਸਿਸ ਵਿੱਚ, ਉੱਥੇ ਕਈ ਲੋਕ ਗਾਈਡ ਦਾ ਵੀ ਕੰਮ ਕਰਦੇ ਨੇ। ਕਈ ਲੋਕ ਤੁਹਾਨੂੰ ਦੱਸਦੇ ਨੇ ਕਿ ਕੀ ਇਤਿਹਾਸ ਹੈ ਸ਼ਹਿਰ ਦਾ, ਇਸ ਜਗ੍ਹਾ ਦਾ ਕੀ ਮਹੱਤਵ ਹੈ। ਸੋ ਇਸੇ ਚੀਜ਼ ਨੂੰ ਲੈ ਕੇ ਅਸੀਂ ਅੱਜ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ, ਉਹ ਹੈ ਇਸੇ ਦੇ ਰਿਲੇਟਿਡ ਕਿ ਅੰਮ੍ਰਿਤਸਰ, ਜਿੱਥੇ ਕਿ ਇੰਨੇ ਵੱਡੀ ਗਿਣਤੀ ਵਿੱਚ, ਅਸੀਂ ਉਹਦੀ ਹੋਰ ਜਾਣਕਾਰੀ ਮਿਲੇਗੀ ਕਿੰਨੇ ਸ਼ਰਧਾਲੂ ਆਉਂਦੇ ਸਨ, ਕਿੱਥੋਂ ਆਉਂਦੇ ਸਨ, ਵਿਦੇਸ਼ ਤੋਂ ਆਉਂਦੇ ਜਾਂ ਭਾਰਤ ਤੋਂ ਆਉਂਦੇ ਸਨ। ਪਰ ਜਦੋਂ ਕੋਵਿਡ ਹੋਇਆ ਉਹਦਾ ਕੀ ਅਸਰ ਹੋਇਆ। ਪਰ ਨਾਲ ਦੀ ਨਾਲ ਇਹ ਵੀ ਗੱਲ ਕਰਾਂਗੇ ਕਿ ਅੰਮ੍ਰਿਤਸਰ ਵਿੱਚ ਜਿਹੜੀ ਵਿਰਾਸਤ ਹੈ, ਹੈਰੀਟੇਜ ਹੈ, ਉਹ ਵੀ ਇਸ ਦੇ ਨਾਲ ਜਦੋਂ ਟੂਰਿਸਟ ਆਉਂਦੇ ਨੇ ਉਸ ਬਾਰੇ ਕੀ ਕਹਿੰਦੇ ਨੇ, ਜੋ ਸ਼ਹਿਰ ਦੀ ਹਾਲਤ ਹੈ ਉਸ ਬਾਰੇ ਕੀ ਵਿਚਾਰ ਨੇ। ਇਸ ਸੰਬੰਧੀ ਅੱਜ ਸਾਡੇ ਨਾਲ ਜੁੜੇ ਨੇ ਪਿਛਲੇ 15 ਸਾਲਾਂ ਤੋਂ ਅੰਮ੍ਰਿਤਸਰ ਵਿਖੇ ਇਸ ਕਿੱਤੇ ਨਾਲ ਜੁੜੇ ਹੋਏ, ਜਿੱਥੇ ਉਹ ਲੋਕ ਜਿਹੜੇ ਲੋਕ ਕਾਫੀ ਆਉਂਦੇ ਨੇ, ਉਹਨਾਂ ਨੂੰ ਸਾਰਾ ਦੱਸਣਾ, ਸਾਰਾ ਨੂੰ ਲੈ ਕੇ ਜਾਣਾ। ਉਸ ਨਾਲ ਜੁੜੇ ਨੇ ਸਾਡੇ ਨਾਲ ਸਰਦਾਰ ਗੁਰਿੰਦਰ ਸਿੰਘ ਜੋਹਲ ਜੀ ਅੰਮ੍ਰਿਤਸਰ ਤੋਂ। ਆਓ ਪਹਿਲਾਂ ਉਹਨਾਂ ਨੇ ਫਤਿਹ ਸਾਂਝੀ ਕਰੀਏ। ਜੋਹਲ ਸਾਹਿਬ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਾਂਜੀ ਜੀ, ਪਹਿਲਾਂ ਆਪਾਂ ਜੇ ਗੱਲ ਕਰੀਏ, ਪਹਿਲਾਂ ਥੋੜਾ ਜਿਹਾ ਤੁਸੀਂ ਆਪਣੇ ਬਾਰੇ, ਜਿਹੜਾ ਪਿਛੋਕੜ ਬਾਰੇ ਜਾਂ ਇਸ ਗੱਲ ਬਾਰੇ ਦੱਸੋ ਕਿ ਤੁਸੀਂ ਕੀ ਤੁਹਾਡਾ ਕਿੱਤਾ ਹੈ, ਜਾਂ ਕੀ ਤੁਸੀਂ ਕਿਹੜੀ ਫੀਲਡ ਵਿੱਚ ਤੇ ਤੁਸੀਂ ਇਸ ਵਿੱਚ ਕਿਉਂ ਆਏ। ਸਮੀਪ ਭਾਜੀ, ਮੈਂ ਗੁਰਿੰਦਰ ਸਿੰਘ ਜੌਲ, ਮੈਂ ਅੰਮ੍ਰਿਤਸਰ ਦਾ ਵਸਨੀਕ ਹਾਂ। ਮੈਂ ਇੱਕ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਨਾਰਥ ਦੇ ਵਿੱਚ ਪਿੰਡ ਵਿਸ਼ੋਵਾ ਵਿਖੇ ਪੈਦਾ ਹੋਇਆ। ਜਿਹੜੇ ਮੇਰੇ ਫਾਦਰ ਸਨ ਉਹ ਲਾਹੌਰ ਵਿੱਚ ਪੈਦਾ ਹੋਏ, ਔਰ ਉਹ 9 ਭਰਾ ਸਨ, ਇੱਕ ਭੈਣ ਸੀ, ਔਰ ਸਾਰੇ ਦੇ ਸਾਰੇ ਉੱਥੇ ਮਿਓ ਹਸਪੀਟਲ ਹੈ ਲਾਹੌਰ ਦੇ ਵਿੱਚ, ਉੱਥੇ ਪੈਦਾ ਹੋਏ। ਸੋ ਲਾਹੌਰ ਦੇ ਨਾਲ ਸਾਡਾ ਬੜਾ ਖਾਸ ਲਗਾਵ ਹੈ। ਔਰ ਮੈਂ ਐਜੂਕੇਸ਼ਨਲੀ MA BEd ਹਾਂ। ਮੈਂ ਅੰਮ੍ਰਿਤਸਰ ਦੇ ਬਹੁਤ ਹੀ ਇਤਿਹਾਸਿਕ ਸਕੂਲ ਟਾਊਨ ਹਾਲ ਵਿਖੇ ਜਿਹੜੀ ਵਿਦਿਆ ਲਈ, ਜਿਹੜੀ ਮਾਣ ਵਾਲੀ ਗੱਲ ਹੈ, ਲੇਕਿਨ ਅਨਫੋਰਚੂਨੇਟਲੀ ਉਹ ਸਕੂਲ 2003 ਦੇ ਵਿੱਚ ਸਰਕਾਰ ਨੇ ਢਾਹ ਦਿੱਤਾ ਸੀ, ਔਰ ਇੱਕ ਅਨਫੋਰਚੂਨੇਟ ਗੱਲ। ਫਿਰ ਉਸ ਤੋਂ ਬਾਅਦ ਮੈਂ ਖਾਲਸਾ ਕਾਲਜ ਤੋਂ BA ਕੀਤੀ, ਔਰ MA BEd ਕਰਨ ਤੋਂ ਬਾਅਦ ਮੈਂ 2004 ਦੇ ਵਿੱਚ ਮੈਂ ਟੂਰਿਜ਼ਮ ਲਾਈਨ ਦੇ ਵਿੱਚ ਆ ਗਿਆ। ਔਰ ਮੇਰਾ ਸ਼ੌਂਕ ਸੀ ਇੱਕ ਗਾਈਡ ਬਣਨਾ, ਕਿ ਜਿਹੜੇ ਵੀ ਵਿਦੇਸ਼ੀ ਮਹਿਮਾਨ ਮੇਰੇ ਸ਼ਹਿਰ ਵਿੱਚ ਆਉਂਦੇ ਹਨ, ਸਾਡੇ ਸ਼ਹਿਰ ਵਿੱਚ ਆਉਂਦੇ ਹਨ, ਉਹਨਾਂ ਨੂੰ ਸ਼ਹਿਰ ਵਿਖਾਉਣਾ, ਉਹਨਾਂ ਨੂੰ ਸ਼ਹਿਰ ਦੇ ਜਿਹੜੇ ਭਿੰਨ ਭਿੰਨ ਥਾਵਾਂ ਨੇ ਉੱਥੇ ਲੈ ਕੇ ਜਾਣਾ, ਔਰ ਭਿੰਨ ਭਿੰਨ ਜਿਹੜਾ ਫੂਡ ਆ ਸਾਡੇ ਸ਼ਹਿਰ ਦਾ, ਉਹਨਾਂ ਨੂੰ ਉਸ ਦਾ ਸਵਾਦ ਜਿਹੜਾ ਵਾ ਉਹ ਵੀ ਕਰਵਾਉਣਾ। ਔਰ ਇਹ ਜਿਹੜਾ ਮੇਰਾ ਸ਼ੌਂਕ ਸੀ ਉਹ ਮੇਰਾ ਕਿੱਤਾ ਬਣ ਗਿਆ, ਔਰ ਕਿੱਤੇ ਤੋਂ ਬਾਅਦ ਇਹ ਮੇਰਾ ਇੱਕ ਇਸ਼ਕ ਬਣ ਗਿਆ। ਸੋ ਮੈਂ 2004 ਦੇ ਵਿੱਚ ਟੂਰਿਜ਼ਮ ਲਾਈਨ ਦੇ ਵਿੱਚ ਐਜ਼ ਏ ਗਾਈਡ ਕੰਮ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਿਹੜਾ ਮੈਂ ਇਸੇ ਲਾਈਨ ਦੇ ਵਿੱਚ ਹੀ ਜਿਹੜਾ ਵਾ ਆਪਣਾ ਜਿਹੜਾ ਜ਼ਿੰਦਗੀ ਦਾ ਇੱਕ ਵੱਡਾ ਸਮਾਂ ਮੈਂ ਗੁਜ਼ਾਰ ਚੁੱਕਾ। ਔਰ ਖੂਬਸੂਰਤ ਗੱਲ ਇਹ ਹੈ ਕਿ ਅੰਮ੍ਰਿਤਸਰ 450 500 ਸਾਲ ਪੁਰਾਣਾ ਸ਼ਹਿਰ ਹੈ,
ਲੇਕਿਨ ਇਸ ਨੇ ਜਿਹੜੀ ਤਰੱਕੀ ਹੈ ਬਾਈ ਲੀਪਸ ਐਂਡ ਬਾਉਂਡਸ, ਜਿਹੜੀ ਜਿਸ ਨੂੰ ਅਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਹਿ ਦਿੰਦੇ ਹਾਂ, ਇੱਕ ਬਾਰਡਰ ਸ਼ਹਿਰ ਹੋਣ ਦੇ ਬਾਵਜੂਦ ਵੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਾਨੂੰ ਇੱਕ ਅਜਿਹੀ ਚੀਜ਼ ਦੇ ਦਿੱਤੀ ਕਿ ਜਿੱਥੇ ਨਾਟ ਓਨਲੀ ਫਰੋਮ ਇੰਡੀਆ, ਨਾ ਕੇਵਲ ਦੇਸ਼ ਚੋਂ ਹੀ, ਸਗੋਂ ਦੁਨੀਆ ਭਰ ਚੋਂ ਜਿਹੜੇ ਸੈਲਾਨੀ ਨੇ, ਜਿਹੜੇ ਲੋਕ ਨੇ, ਜਿਹੜੇ ਸਪਿਰਿਚੁਅਲਿਟੀ ਨੂੰ ਐਕਸਪੀਰੀਅੰਸ ਕਰਨਾ ਚਾਹੁੰਦੇ ਨੇ, ਉਹ ਸਾਡੇ ਸ਼ਹਿਰ ਦੇ ਵਿੱਚ ਆ ਰਹੇ ਸਨ। ਔਰ 1947 ਤੋਂ ਬਾਅਦ ਇੱਕ ਦੌਰ ਆਇਆ 1984 ਦਾ, ਜਦੋਂ ਅੰਮ੍ਰਿਤਸਰ ਦਾ ਟੂਰਿਜ਼ਮ ਧੜਮ ਕਰਕੇ ਥੱਲੇ ਡਿੱਗਾ। ਬੜਾ ਮਾੜਾ ਸਮਾਂ ਸੀ ਔਰ ਚਲੋ ਉਹ ਨਿਕਲ ਗਿਆ। ਔਰ 2000 ਤੋਂ ਬਾਅਦ ਜਿਹੜਾ ਅੰਮ੍ਰਿਤਸਰ ਦਾ ਟੂਰਿਜ਼ਮ ਸੀ, ਉਹ ਬਿਲਕੁਲ ਉਸ ਦਾ ਗ੍ਰਾਫ ਜਿਹੜਾ ਸੀ ਉਹ ਬੜਾ ਜ਼ਬਰਦਸਤ ਤਰੀਕੇ ਨਾਲ ਉੱਪਰ ਜਾ ਰਿਹਾ ਸੀ। ਤੁਸੀਂ ਯਕੀਨ ਕਰੋ ਕਿ ਆਲ ਓਵਰ ਇੰਡੀਆ ਚੋਂ, ਵੈਸਟ ਬੰਗਾਲ, ਗੁਜਰਾਤ, ਅਹਿਮਦਾਬਾਦ, ਕਰਨਾਟਕਾ, ਕੇਰਲਾ, ਚੇਨਈ, ਉਹਨਾਂ ਸਭ ਜਗ੍ਹਾ ਤੋਂ ਜਿਹੜੇ ਵੱਡੀ ਗਿਣਤੀ ਦੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਸਨ, ਉਹ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਉਹ ਆ ਰਹੇ ਸਨ, ਜਿਸ ਦੇ ਨਾਲ ਜਿਹੜੀ ਸ਼ਹਿਰ ਦੀ ਇਕਨੋਮੀ ਸੀ, ਜਿਹੜੀ ਜਿਹੜੀ ਅੱਜ ਅਸੀਂ ਕਹਿ ਕੇ ਅੰਮ੍ਰਿਤਸਰ ਦੀ ਜਿਹੜੀ ਇਕਨੋਮੀ ਆ, ਇਹਦੀ ਜਿਹੜੀ ਬੈਕਬੋਨ ਆ, ਉਹ ਟੂਰਿਜ਼ਮ ਬਣ ਗਈ ਸੀ। ਕਿਉਂਕਿ ਅੰਮ੍ਰਿਤਸਰ ਇੱਕ ਸਿਟੀ ਆਫ ਟ੍ਰੇਡਰ ਸੀ, ਸਿਟੀ ਆਫ ਕਮਰਸ ਸੀ। ਔਰ ਜਦੋਂ ਅੰਮ੍ਰਿਤਸਰ ਦੇ ਵਿੱਚ ਜਦੋਂ ਅਰੋੜਾ ਬਰਾਦਰੀ ਆਈ, ਤਾਂ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਫ੍ਰੀ ਪਲਾਟ ਦੇਣ ਦੀ ਕੋਸ਼ਿਸ਼, ਫ੍ਰੀ ਜਗ੍ਹਾ ਦੇਣ ਦੀ ਕੋਸ਼ਿਸ਼ ਕੀਤੀ। ਤਾਂ ਉਹਨਾਂ ਕਿਹਾ, ਗੁਰੂ ਸਾਹਿਬ ਸਾਨੂੰ ਫ੍ਰੀ ਕੁਛ ਨਹੀਂ ਚਾਹੀਦਾ, ਤੁਸੀਂ ਸਾਨੂੰ ਇਹ ਵਰ ਦਿਓ ਕਿ ਸਾਨੂੰ ਰੁਜ਼ਗਾਰ ਮਿਲੇ ਤੇ ਉਹਦੇ ਵਿੱਚ ਬਰਕਤ ਹੋਵੇ। ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਹੋਵੇਗਾ। ਔਰ ਇੱਕ ਚੱਕ ਗੁਰੂ ਰਾਮਦਾਸ ਇੱਕ ਛੋਟੇ ਜਿਹੇ ਪਿੰਡ ਤੋਂ, 2000 ਆਬਾਦੀ ਦੇ ਪਿੰਡ ਤੋਂ, ਇਹ ਇੱਕ ਤਜਾਰਤੀ ਸਿਟੀ ਬਣ ਗਈ। ਔਰ ਇਸਨੇ ਇੱਕ ਪੰਜਾਬ ਲਈ ਸਭ ਤੋਂ ਵੱਡਾ ਸ਼ਹਿਰ ਸੀ ਲਾਹੌਰ, ਇਹ ਉਸ ਤੋਂ ਵੀ ਅੱਗੇ ਚਲੀ। ਔਰ ਇਸ ਦੇ ਬਹੁਤ ਸਾਰੇ ਇਹਦੇ ਟ੍ਰੇਡ ਸਨ, ਜਿਹਦੇ ਵਿੱਚ ਸਪਾਈਸ ਟ੍ਰੇਡ ਆ ਜਾਂਦਾ ਸੀ, ਜਿਹਦੇ ਵਿੱਚ ਕੱਪੜਾ ਟ੍ਰੇਡ ਸੀ, ਸ਼ਾਲ ਸੀ, ਪਸ਼ਮੀਨਾ ਸੀ, ਟੀ ਟ੍ਰੇਡ ਸੀ। ਔਰ ਉਸ ਤੋਂ ਬਾਅਦ ਜੇ ਕੋਈ ਦੂਜਾ ਟ੍ਰੇਡ ਹੋਂਦ ਵਿੱਚ ਆਇਆ ਜਾਂ ਫਲਰਿਸ਼ ਹੋਇਆ, ਜੋ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਬਣਿਆ, ਤਾਂ ਉਹ ਟੂਰਿਜ਼ਮ ਜਿਹੜੀ ਟ੍ਰੇਡ ਆ ਉਹ ਬਣਿਆ। ਔਰ ਬੜੀ ਖੂਬਸੂਰਤ ਗੱਲ ਇਹ ਸੀ ਕਿ ਸਾਰੇ ਸੰਸਾਰ ਦੀਆਂ ਦੇਸ਼ਾਂ ਵਿੱਚੋਂ, ਇਜ਼ਰਾਈਲ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਅੰਮ੍ਰਿਤਸਰ ਸਾਹਿਬ ਆਉਣਾ ਸ਼ੁਰੂ ਹੋ ਗਏ ਸਨ, ਕਿਉਂਕਿ ਯਹੂਦੀਆਂ ਦਾ ਇੱਕ ਖਾਸ ਲਗਾਵ ਹੈ ਸਪਿਰਿਚੁਅਲਿਟੀ ਦੇ ਨਾਲ। ਔਰ ਉਹ ਇੱਕ ਅਜਿਹੀ ਕੌਮ ਹੈ ਕਿ ਜਿਹੜੀ ਧਰਮ ਨੂੰ ਔਰ ਉਹਦੀਆਂ ਰਿਚੁਅਲਸ ਨੂੰ ਬੜੇ ਦਿਲੋਂ ਪਰਫਾਰਮ ਕਰਦੀ ਹੈ। ਭਾਵੇਂ ਉਹਨਾਂ ਦਾ ਕੋਈ ਸਾਇੰਟਿਸਟ ਵੀ ਹੋਵੇ, ਉਹ ਵੀ ਜਿਹੜੀਆਂ ਉਹਨਾਂ ਦੀਆਂ ਰਿਚੁਅਲਸ ਨੇ ਉਹਨਾਂ ਨੂੰ ਪਰਫਾਰਮ ਕਰਦਾ। ਔਰ ਉਹ ਬੜੇ ਨਿਸ਼ਠਾ ਦੇ ਨਾਲ ਉਹ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਸਨ। ਔਰ ਦਰਸ਼ਨਾਂ ਨੂੰ ਨਹੀਂ ਆਉਂਦੇ, ਉਹ ਸਾਨੂੰ ਕਈ ਕੁਐਸਚਨ ਪੁੱਛਦੇ ਸਨ ਕਿ ਤੁਹਾਡਾ ਜਿਹੜਾ ਰਿਲੀਜਨ ਆ, ਇਹਦੇ ਵਿੱਚ ਰੱਬ ਦਾ ਕਨਸੈਪਟ ਕੀ ਆ, ਤੁਹਾਡਾ ਫੇਥ ਕੀ ਆ, ਤੁਹਾਡੇ ਰਿਚੁਅਲਸ ਕੀ ਨੇ, ਤੁਹਾਡੇ ਸਿੰਬਲ ਕੀ ਆ, ਜਿਹੜੇ ਸਿੰਬਲਸ ਨੇ ਉਹਨਾਂ ਦੀ ਇੰਪੋਰਟੈਂਸ ਕੀ ਆ। ਸੋ ਕਹਿਣ ਤੋਂ ਮੇਰਾ ਭਾਵ ਇਹ, ਰਸ਼ੀਆ, ਸਾਰਾ ਯੂਰਪ, ਅਮਰੀਕਾ, ਕੈਨੇਡਾ, ਇਜ਼ਰਾਈਲ, UAE, ਈਵਨ ਪਾਕਿਸਤਾਨ ਤੋਂ ਬਹੁਤ ਸਾਰੇ ਜਿਹੜੇ ਸ਼ਰਧਾਲੂ ਸਨ ਉਹ ਅੰਮ੍ਰਿਤਸਰ ਆ ਰਹੇ ਸਨ। ਬਟ ਅਨਫੋਰਚੂਨੇਟਲੀ ਜਿਹੜਾ ਇਹ ਕਰੋਨਾ ਕਾਲ ਸ਼ੁਰੂ ਹੋਇਆ, ਕੋਵਿਡ ਨੇ ਜਿਹੜੀ ਦਸਤਕ ਦਿੱਤੀ ਸਾਰੇ ਸੰਸਾਰ ਦੇ ਵਿੱਚ, ਇਹਨੇ ਨਾ ਕੇਵਲ ਅੰਮ੍ਰਿਤਸਰ ਦੇ ਟ੍ਰੇਡ ਨੂੰ, ਟੂਰਿਜ਼ਮ ਟ੍ਰੇਡ ਨੂੰ ਹੀ ਸੱਟ ਮਾਰੀ, ਸਗੋਂ ਅਸੀਂ ਕਹਿ ਸਕਦੇ ਹਾਂ ਕਿ ਵਰਲਡ ਓਵਰ ਜਿੰਨੀਆਂ ਵੀ ਸ਼ਹਿਰ ਸਨ ਟੂਰਿਜ਼ਮ ਦੇ ਆਧਾਰਿਤ, ਜਾਂ ਟੂਰਿਜ਼ਮ ਜਿਨ੍ਹਾਂ ਦਾ ਮੇਨ ਤਜਾਰਤ ਸੀ, ਉਹ ਸਾਰੀਆਂ ਹੀ ਸਫਰ ਹੋਈਆਂ। ਸੋ ਅੰਮ੍ਰਿਤਸਰ ਦੇ ਵਿੱਚ ਕੋਵਿਡ ਤੋਂ ਪਹਿਲੋਂ ਇੱਕ ਬੜੀ ਖੁਸ਼ੀ ਵਾਲੀ ਗੱਲ ਸੀ ਕਿ ਲਗਭਗ 5000 ਤੋਂ ਉੱਪਰ ਜਿਹੜੇ ਟੈਕਸੀ ਡਰਾਈਵਰ ਸਨ, ਉਹ ਆਪਣੀ ਰੋਜ਼ੀ ਰੋਟੀ ਇਸ ਟੂਰਿਜ਼ਮ ਦੇ ਵਿੱਚੋਂ ਲੱਭ ਰਹੇ ਸਨ। ਸੋ ਉਹ ਬੜੇ ਧੰਨਵਾਦੀ ਸਨ ਸ਼੍ਰੀ ਗੁਰੂ ਰਾਮਦਾਸ ਜੀ ਦੇ, ਸੋਢੀ ਸੁਲਤਾਨ ਦੇ, ਸੋਢੀ ਪਾਤਸ਼ਾਹ ਜੀ ਦੇ, ਕਿ ਇੱਕ ਸ਼ਹਿਰ ਵਸਾਇਆ ਔਰ ਉਸ ਸ਼ਹਿਰ ਦੇ ਵਿੱਚ ਉਹ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾ ਕੇ ਆਪਣੀ ਰੋਜ਼ੀ ਰੋਟੀ ਲੱਭ ਰਹੇ ਸਨ। ਇਸ ਤੋਂ ਇਲਾਵਾ ਬੇਅੰਤ ਕੱਪੜੇ ਵਾਲੇ ਜਿਹੜੇ ਕਿ ਕੱਪੜਾ ਵੇਚਦੇ ਹਨ, ਟੈਕਸਟਾਈਲ ਵੇਚਦੇ ਸਨ, ਉਹ ਟੂਰਿਜ਼ਮ ਤੋਂ ਰੋਟੀ ਖਾ ਰਹੇ ਸਨ। ਇਸ ਤੋਂ ਇਲਾਵਾ ਨੰਬਰ ਆਫ ਗਾਈਡਸ ਜਿਹੜੇ ਕਿ ਆਏ ਹੋਏ ਯਾਤਰੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਪਾਰਟੀਸ਼ਨ ਮਿਊਜ਼ੀਅਮ, ਦੁਰਗਿਆਨਾ ਟੈਂਪਲ ਲੈ ਕੇ ਜਾਂਦੇ ਸਨ, ਗੋਬਿੰਦਗੜ੍ਹ ਫੋਰਟ ਲੈ ਕੇ ਜਾਂਦੇ ਸਨ, ਵਾਹਗਾ ਬਾਰਡਰ ਲੈ ਕੇ ਜਾਂਦੇ ਸਨ, ਉਹ ਵੀ ਜਿਹੜੇ ਸਨ ਇਸ ਕੋਵਿਡ ਕਰਕੇ ਵਿਹਲੇ ਬਹਿ ਗਏ। ਔਰ ਇੱਕ ਟੂਰਿਜ਼ਮ ਇੰਡਸਟਰੀ ਲਈ ਬੁਰਾ ਸਮਾਂ ਸਟਾਰਟ ਹੋਇਆ, ਸ਼ੁਰੂ ਹੋਇਆ।
ਤੁਸੀਂ ਬੜੀ ਵਧੀਆ ਗੱਲ ਕੀਤੀ। ਪਹਿਲਾਂ ਤੇ ਧੰਨਵਾਦ, ਤੁਸੀਂ ਜਿਹੜਾ ਕਿ ਇਸ ਪਾਸੇ ਐਮਏ ਬੀਐਡ ਕਰਕੇ ਲੋਕ ਕੋਈ ਟੀਚਰ ਲੱਗਦਾ, ਕੋਈ ਕੋਸ਼ਿਸ਼ ਕਰਦਾ ਮੈਂ ਕਲਰਕ ਲੱਗ ਕੇ ਬਾਅਦ ਚੋਂ ਕੁਛ ਨਾ ਕਿਤੇ ਅਫਸਰ ਬਣ ਜਾ, ਤੇ ਤੁਸੀਂ ਇਸ ਪਾਸੇ ਵੱਲ ਆਏ ਜਿੱਥੇ ਲੋਕਾਂ ਨੂੰ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸ ਬਾਰੇ, ਤੁਹਾਡੇ ਕੋਲ ਇੱਕ ਪੂਰੀ ਲਾਇਬ੍ਰੇਰੀ ਹੈ ਜਿਹੜਾ ਤੁਸੀਂ ਇਤਿਹਾਸ ਆਲਰੇਡੀ ਤੁਸੀਂ ਕੁਝ ਮਿੰਟਾਂ ਵਿੱਚ ਜਿਹੜੀ ਸਮਰਾਈਜ਼ ਕੀਤਾ ਕਿ ਕਿੱਦਾਂ ਗੁਰੂ ਸਾਹਿਬ ਨੇ ਇਹ ਸ਼ਹਿਰ ਵਸਾਇਆ, ਤੇ ਨਾਲ ਦੇ ਨਾਲ ਵਪਾਰ ਦੇ ਕਈ ਬਾਜ਼ਾਰ ਬਣਾਏ। ਮੈਨੂੰ ਯਾਦ ਹੈ ਛੋਟੇ ਹੁੰਦੇ ਜਦੋਂ ਗਲਿਆਰਾ ਬਣਿਆ, ਪਾਪੜਾਂ ਵਾਲਾ ਬਾਜ਼ਾਰ ਤੇ ਹੋਰ ਜਿਹੜੇ ਬਾਜ਼ਾਰ, ਪਰ ਹਾਲੇ ਵੀ ਲੋਕ ਜਿਹੜੇ ਹਾਲ ਬਾਜ਼ਾਰ ਜਦੋਂ ਕਟਰਾ ਜੈਮਲ ਸਿੰਘ ਹੋਰ ਕਟਰਾ, ਇਸ ਬਾਰੇ ਅਸੀਂ ਫਿਰ ਕਿਸੇ ਵੇਲੇ ਗੱਲ ਕਰਾਂਗੇ ਕਟਰਾ ਕੀ ਹੁੰਦਾ ਹੈ। ਤੁਸੀਂ ਗੱਲ ਕੀਤੀ ਟਾਊਨ ਹਾਲ ਸਕੂਲ ਦੀ, ਜਿਹੜਾ ਕਿ ਇਸ ਵਕਤ ਹੈਰੀਟੇਜ ਮਿਊਜ਼ੀਅਮ ਦੇ ਨਾਲ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਜਿੱਥੇ ਪਾਰਕਿੰਗ ਬਣੀ ਹੈ, ਉਹ ਇੱਕ ਸਕੂਲ ਹੁੰਦਾ ਸੀ, ਉਹ ਇੱਕ ਸਾਡੀ ਵਿਰਾਸਤ ਸੀਗੀ, ਉਹ ਢਾਹ ਦਿੱਤੀ ਗਈ। ਕੀ ਪਾਰਕਿੰਗ ਕਿਤੇ ਹੋਰ ਬਣਾਈ ਜਾ ਸਕਦੀ ਸੀ। ਤੇ ਬਹੁਤ ਵਾਰੀ ਅਸੀਂ ਪੜ੍ਹਦੇ ਹਾਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਪੋਸਟਾਂ ਵੀ, ਜਿਹੜਾ ਦਰਦ ਹੈ ਜਿਹੜਾ ਤੁਹਾਡੇ ਚ ਜਦੋਂ ਤੁਸੀਂ ਦੇਖਦੇ ਜੇ ਕਿ ਕਿਸ ਤਰ੍ਹਾਂ ਵਿਰਾਸਤ ਟੁੱਟ ਰਹੀ ਹੈ। ਇਹ ਇਕੱਲਾ ਕਿੱਤਾ ਨਹੀਂ ਹੈ, ਤੁਹਾਡਾ ਪੇਸ਼ਾ ਨਹੀਂ, ਚਲੋ ਪੇਸ਼ਾ ਤੇ ਹੈ ਹੀ, ਪਰ ਤੁਹਾਡੀਆਂ ਲਿਖਤਾਂ ਤੋਂ, ਤੁਹਾਡੀ ਗੱਲਬਾਤ ਤੋਂ ਇਦਾਂ ਮਹਿਸੂਸ ਹੁੰਦਾ ਹੈ ਕਿ ਜਦੋਂ ਵੀ ਕੋਈ ਵਿਰਾਸਤ ਤੇ ਕੋਈ ਥੋੜਾ ਵੱਜਦਾ ਹੈ, ਤੇ ਉਹ ਥੋੜਾ ਉਸ ਕੰਧ ਤੇ ਨਹੀਂ ਵੱਜਦਾ, ਉਸ ਬਿਲਡਿੰਗ ਤੇ ਨਹੀਂ ਵੱਜਦਾ, ਉਹ ਤੁਹਾਡੇ ਦਿਲ ਤੇ ਵੱਜਦਾ ਹੈ, ਸਾਡੇ ਸਾਰਿਆਂ ਦੇ ਵੱਜਦਾ ਹੈ। ਖਾਸ ਕਰਕੇ ਜਿਹੜੇ ਵਿਦੇਸ਼ ਵਿੱਚ ਵੀ ਲੋਕ ਰਹਿੰਦੇ ਨੇ, ਉਹਨਾਂ ਨੂੰ ਇਹ ਬਹੁਤ ਦੁੱਖ ਹੁੰਦਾ ਹੈ ਕਿ ਕਿਸ ਤਰ੍ਹਾਂ ਸਾਡੀ ਜਿਹੜੀ ਵਿਰਾਸਤ ਹੈ ਵਿਦੇਸ਼ ਵਿੱਚ ਬਚਾਈ ਜਾ ਰਹੀ ਹੈ, ਪਰ ਸਾਡੇ ਆਪਣੇ ਸੂਬੇ ਵਿੱਚ, ਆਪਣੇ ਸ਼ਹਿਰ ਵਿੱਚ ਖਤਮ ਹੋ ਰਹੀ ਹੈ। ਤੁਸੀਂ ਬੜੀ ਵਧੀਆ ਦੱਸਿਆ ਕਿ ਕਿਸ ਤਰ੍ਹਾਂ ਕੱਲਾ ਗੁਰੂ ਸਾਹਿਬ ਨੇ ਤੇ ਵਸਾਇਆ, ਪਰ ਹੁਣ ਜਿਹੜਾ ਹੈ ਟੂਰਿਸਟ ਕਿੱਦਾਂ ਹੋਰ ਚੀਜ਼ਾਂ ਜਿਹੜੀਆਂ ਨੇ, ਭਾਵੇਂ ਟੈਕਸੀ ਲਾ ਲਓ, ਭਾਵੇਂ ਹੋਰ ਚੀਜ਼ਾਂ ਲਾ ਲਓ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ 2000 ਤੋਂ ਬਾਅਦ, ਮੈਨੂੰ ਪਤਾ ਹੈ ਕਿ ਜਿੱਦਾਂ ਖਾਸ ਕਰਕੇ 에ਅਰਪੋਰਟ ਵੀ ਅੰਮ੍ਰਿਤਸਰ ਬਣਿਆ, ਉਡਾਣਾ ਵੀ ਵਧੀਆਂ, ਕੀ ਇਹ ਜਿਹੜਾ ਇੰਕਰੀਜ਼ ਹੋਇਆ, ਇਹ ਭਾਵੇਂ ਅਸੀਂ ਜੋੜ ਲਈ ਜਿਹੜੀ ਹੈਰੀਟੇਜ ਸਟਰੀਟ ਬਣੀ ਹੈ ਜਾਂ ਹੋਰ ਚੀਜ਼ਾਂ ਜਿਹੜੀਆਂ ਰੈਨੋਵੇਟ ਕੀਤੀਆਂ ਗਈਆਂ ਨੇ, ਕੁਝ ਹੋਰ ਮਿਊਜ਼ੀਅਮ ਵੀ ਬਣਾਏ ਨੇ, ਹੋਰ ਚੀਜ਼ਾਂ ਬਣਾਈਆਂ, ਸਾਡਾ ਪਿੰਡ ਵਾਹਗਾ ਬਾਰਡਰ, ਕੀ ਇਹ ਉਸ ਤੋਂ ਬਾਅਦ ਜ਼ਿਆਦਾ ਟੂਰਿਜ਼ਮ ਵਧਿਆ ਵਾ ਕਿ ਉਸ ਤੋਂ ਪਹਿਲਾਂ ਵੀ ਇਹ ਆਲਰੇਡੀ ਇਨਕਰੀਜ਼ ਹੋ ਰਿਹਾ ਸੀ? ਨਹੀਂ ਜੀ, ਨਹੀਂ, ਮੈਂ ਮਹਿਸੂਸ ਕਰਦਾ ਕਿ ਜਿਹੜਾ ਹਰਿਮੰਦਰ ਸਾਹਿਬ ਆ, ਸ਼੍ਰੀ ਹਰਿਮੰਦਰ ਸਾਹਿਬ, ਅਸਲ 'ਚ ਜਿਹੜੀ ਮੇਨ ਅਟਰੈਕਸ਼ਨ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਹ ਸ਼੍ਰੀ ਹਰਿਮੰਦਰ ਸਾਹਿਬ ਹੀ ਹੈ। ਕਿਉਂਕਿ ਬਹੁਤ ਸਾਰੇ ਟੂਰਿਸਟ ਆਉਂਦੇ ਸਨ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਸਨ ਤੇ ਉਹ ਵਾਪਸ ਚਲੇ ਜਾਂਦੇ ਸਨ। ਉਹ ਫਿਰ ਹਾਂਜੀ, ਗੌਰਮੈਂਟ ਨੇ ਸੋਚਿਆ ਕਿ ਇਹ ਜਿਹੜਾ ਸਾਡਾ ਟੂਰਿਜ਼ਮ ਆ, ਕਿਉਂ ਨਾ ਇੱਕ ਜਿਹੜਾ ਟੂਰਿਸਟ ਆਉਂਦਾ ਆ ਉਹ 2 ਨਾਈਟਸ ਦੇ ਲਈ, 3 ਨਾਈਟਸ ਦੇ ਲਈ ਰਵੇ, ਔਰ ਜਿੱਥੇ ਉਹ ਸਪਿਰਿਚੁਅਲਿਟੀ ਨੂੰ ਐਕਸਪੀਰੀਅੰਸ ਕਰੇ, ਉੱਥੇ ਉਹ ਨਾਲ ਦੀ ਨਾਲ ਜਿਹੜਾ ਸਾਡਾ ਇਤਿਹਾਸ ਆ ਉਹਦੇ ਤੋਂ ਉਹ ਜਾਣੂ ਹੋਵੇ, ਤੇ ਨਾਲ ਦੀ ਨਾਲ ਜਿਹੜਾ ਸਾਡਾ ਕਲਚਰ ਆ ਉਹਨੂੰ ਵੀ ਐਕਸਪੀਰੀਅੰਸ ਕਰੇ। ਸੋ ਮੈਂ ਇਹ ਸਮਝਣਾ ਵੀ ਇਹ ਜਿੰਨੇ ਵੀ ਦੂਸਰੇ ਪ੍ਰੋਜੈਕਟ ਹੋਂਦ ਵਿੱਚ ਆਏ, ਜਿਨ੍ਹਾਂ ਦੇ ਵਿੱਚ ਗੋਬਿੰਦਗੜ੍ਹ ਫੋਰਟ ਹੈ, ਜਾਂ ਸਾਡਾ ਪਿੰਡ ਹੈ, ਜਾਂ ਜਿਹੜੀ ਹੈਰੀਟੇਜ ਸਟਰੀਟ ਡਿਵੈਲਪ ਕੀਤੀ ਗਈ, ਉਹ ਇੱਕ ਕਹਿ ਲਓ ਵੀ ਐਡੀਸ਼ਨਲ ਜਿਹੜੀ ਹੈ ਉਹ ਸਾਡੀ ਸ਼ਹਿਰ ਦੀ ਖੂਬਸੂਰਤੀ ਹੈ। ਲੇਕਿਨ ਜਿਹੜੀ ਗੱਲ ਹੈ ਪੰਜਾਬ ਦੀ, ਜਿਹੜੀ ਅੱਜ ਦੀ ਡੇਟ ਦੇ ਵਿੱਚ ਅਸੀਂ ਪੰਜਾਬ ਦੀ ਐਸੈਂਸ ਕਹਿ ਲਈਏ, ਤਾਂ ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਈਡੀਓਲੋਜੀ ਦੇ ਵਿੱਚ ਪਈ ਹੈ। ਤੇ ਉਹ ਜਿਹੜੀ ਆਈਡੀਓਲੋਜੀ ਹੈ ਉਹ ਬੜੇ ਖੂਬਸੂਰਤ ਤਰੀਕੇ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਉਜਾਗਰ ਹੁੰਦੀ। ਚੌਂ ਵਰਨਾ ਕੋ ਜਿਹੜਾ ਉਪਦੇਸ਼ ਆ ਉਹ ਸਾਂਝਾ ਹੈ, ਔਰ ਹਰਿਮੰਦਰ ਸਾਹਿਬ ਦੀ ਜਿਹੜੀ ਮੈਟਾਫਿਜ਼ਿਕਸ ਹੈ, ਜਿਹੜੀ ਹਰਿਮੰਦਰ ਸਾਹਿਬ ਦਾ ਜਿਹੜਾ ਇੱਕ ਔਰਾ ਹੈ, ਉਹ ਨਾ ਕੇਵਲ ਇੱਕ ਸਿੱਖ ਨੂੰ ਸੇਮ ਤਰੀਕੇ ਨਾਲ ਅਪੀਲ ਕਰਦਾ ਹੈ, ਸਗੋਂ ਕੋਈ ਵੀ ਜਿਹੜਾ ਵਿਜ਼ਟਰ ਉੱਥੇ ਪਹੁੰਚਦਾ ਹੈ, ਕੋਈ ਵੀ ਜਿਹੜਾ ਉੱਥੇ ਸ਼ਰਧਾਲੂ ਆਉਂਦਾ ਹੈ, ਉਹਨੂੰ ਉਸੇ ਤਰੀਕੇ ਨਾਲ ਅਪੀਲ ਕਰਦਾ ਹੈ। ਸੋ ਇਹ ਹੈ ਜਗ੍ਹਾ ਦੀ, ਇਹ ਸ਼੍ਰੀ ਹਰਿਮੰਦਰ ਸਾਹਿਬ ਦੀ ਖੂਬਸੂਰਤੀ। ਇੱਕ ਜਿਹੜੀ ਇਸ ਦੀ ਡਿਵਾਈਨਨੈਸ ਹੈ, ਜਿਹੜੀ ਇਸ ਦੀ ਮੈਟਾਫਿਜ਼ਿਕਸ ਹੈ, ਉਹ ਇਹਦੇ ਆਣ ਕੇ ਹੀ, ਇਹਨੂੰ ਵਿਜ਼ਿਟ ਕਰਕੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਅਤੇ ਜੋ ਮਹਿਸੂਸ ਕੀਤਾ ਜਾ ਸਕਦਾ ਹੈ ਉਹ ਸ਼ਾਇਦ ਸ਼ਬਦਾਂ ਦੇ ਵਿੱਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਸੋ ਤੁਸੀਂ ਬੜੀ ਇਹ ਡੈਫੀਨੇਟਲੀ ਇਹ ਗੱਲ ਹੈ ਕਿ ਅਨਫੋਰਚੂਨੇਟ ਗੱਲ ਹੈ ਕਿ ਜਿਹੜੀ ਪੰਜਾਬ ਦੀ ਮਾਡਰਨ ਸਿਵਲਾਈਜੇਸ਼ਨ ਆ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ। ਮਾਡਰਨ ਸਿਵਲਾਈਜੇਸ਼ਨ ਜਿਹੜੀ ਆ ਕਿ ਐਕਸੈਪਟੈਂਸ, ਟੋਲਰੈਂਸ, ਪੇਸ਼ੈਂਸ ਐਂਡ ਹੈਲਪਿੰਗ ਅਦਰਸ, ਸੰਗਤ ਦਾ ਜਿਹੜਾ ਕਨਸੈਪਟ ਆ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਪੰਜਾਬ ਦੇ ਵਿੱਚ ਸਟਾਰਟ ਹੁੰਦਾ। ਸੋ ਜਿਹੜਾ ਇਹ ਮਾਡਰਨ ਸਿਵਲਾਈਜੇਸ਼ਨ ਦਾ ਧੁਰਾ ਬਣਦਾ, ਪਰ ਅਨਫੋਰਚੂਨੇਟਲੀ ਕੀ ਹੋਇਆ ਕਿ ਅਸੀਂ ਇਸ ਸ਼ਹਿਰ ਦੀ ਜਿਹੜੀ ਵਿਰਾਸਤ ਆ, ਇਸ ਸ਼ਹਿਰ ਦਾ ਜਿਹੜਾ ਟ੍ਰੈਜਰ ਸੀ, ਖਜ਼ਾਨਾ ਸੀ, ਉਹਨੂੰ ਸੰਭਾਲਣ ਦੇ ਵਿੱਚ ਨਾਕਾਮ ਸਿੱਧ ਹੋਏ। ਔਰ ਉਸ ਦੀ ਜਿਹੜੀ ਪੁਖਤਾ ਐਗਜ਼ਾਮਪਲ ਹੈ ਉਹਦੇ ਵਿੱਚ ਟਾਊਨ ਹਾਲ ਸਕੂਲ ਦਾ ਢਹਿ ਜਾਣਾ ਜਾਂ ਢਾਹ ਦੇਣਾ, ਇਸ ਤੋਂ ਇਲਾਵਾ ਨੰਬਰ ਆਫ ਬਿਲਡਿੰਗਸ ਜਿਹੜੀਆਂ ਨੇ ਉਹ ਸਾਡੇ ਕੋਲ
ਹਰ ਆਏ ਦਿਨ ਜਿਹੜੀਆਂ ਨੇ ਉਹ ਖੁੱਸ ਰਹੀਆਂ ਨੇ। ਔਰ ਜਦੋਂ ਇੱਕ ਬਿਲਡਿੰਗ ਢਹਿ ਜਾਂਦੀ ਹੈ, 200 ਸਾਲ ਪੁਰਾਣੀ ਬਿਲਡਿੰਗ, 250 ਸਾਲ ਪੁਰਾਣੀ ਬਿਲਡਿੰਗ, ਜਦ ਇੱਕ ਬਿਲਡਿੰਗ ਢਹਿ ਜਾਂਦੀ ਹੈ ਤਾਂ ਉਹ ਸਾਡੇ ਕੋਲੋਂ ਸਦਾ ਸਦਾ ਲਈ ਚਲੇ ਜਾਂਦੀ ਹੈ। ਅਸੀਂ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਕੋਈ ਸ਼ਾਪਿੰਗ ਮਾਲ ਬਣਾ ਸਕਦੇ ਹਾਂ, ਪਰ ਉਹਦੀ ਹਿਸਟਰੀ ਨਹੀਂ ਅਸੀਂ ਬਣਾ ਸਕਦੇ, ਉਹਦੇ ਨਾਲ ਜਿਹੜੇ ਜੁੜੇ ਹੋਏ ਇਮੋਸ਼ਨਸ ਨੇ ਅਸੀਂ ਉਹ ਨਹੀਂ ਲਿਆ ਸਕਦੇ। ਸੋ ਇਹ ਤਰਾਸਦੀ ਹੈ ਸਾਡੀ ਪੰਜਾਬੀਆਂ ਦੀ, ਸਿੱਖ ਕੌਮ ਦੀ, ਕਿ ਜਿਹੜਾ ਹਾਂਜੀ ਅੰਮ੍ਰਿਤਸਰ ਸਾਡਾ ਮੱਕਾ ਜਿਹਨੂੰ ਅਸੀਂ ਕਹਿੰਦੇ ਹਾਂ, ਜਿੱਥੋਂ ਸਾਡੀ ਨਵੀਂ ਚੇਤਨਾ, ਜਿਹੜੀ ਸਾਡੀ ਕੌਨਸ਼ੀਅਸਨੈਸ ਆ ਉਹ ਸਟਾਰਟ ਹੁੰਦੀ ਆ, ਅਸੀਂ ਉਸ ਸ਼ਹਿਰ ਨੂੰ ਸੰਭਾਲਣ ਦੇ ਵਿੱਚ ਅੱਜ ਨਾਕਾਮ ਸਿੱਧ ਹੋਏ ਹਾਂ। ਸ਼੍ਰੀ ਹਰਿਮੰਦਰ ਸਾਹਿਬ ਨੋ ਡਾਊਟ ਇਸ ਜਗ੍ਹਾ ਦਾ ਕੋਈ ਮੁਕਾਬਲਾ ਨਹੀਂ, ਉਹ ਇੱਕ ਸਪਿਰਿਚੁਅਲ ਜਗ੍ਹਾ ਹੈ, ਲੇਕਿਨ ਉਹ ਘਰ ਕਿੱਥੇ ਹੈ ਜਿੱਥੇ ਗੁਰੂ ਰਾਮਦਾਸ ਜੀ ਰਹਿੰਦੇ ਰਹੇ? ਉਹ ਘਰ ਕਿੱਥੇ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਰਹਿੰਦੇ ਰਹੇ? ਉਹ ਘਰ ਕਿੱਥੇ ਹੈ ਜਿੱਥੇ ਸੱਤਾ ਤੇ ਬਲਵੰਡ ਰਹਿੰਦੇ ਰਹੇ? ਉਹ ਸਾਰੇ ਉਹ ਸਾਡੇ ਕੋਲੋਂ ਖੁੱਸ ਗਏ ਨੇ, ਉਹ ਸਾਡੀ ਨਾਕਾਮੀ ਸਿੱਧ ਹੋਈ। ਸੋ ਦਿਸ ਇਜ਼ ਵੈਰੀ ਵੈਰੀ ਅਨਫੋਰਚੂਨੇਟ ਕਿ ਅਸੀਂ ਜਿਹੜਾ ਇੱਕ ਵੱਡਾ ਖਜ਼ਾਨਾ ਜਿਹੜਾ ਵਾ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਾਡੇ ਕੋਲ ਕੁਝ ਵੀ ਨਹੀਂ ਹੋਏਗਾ ਵਿਖਾਉਣ ਲਈ ਕਿ ਅਸੀਂ ਕਿੱਡੇ ਅਮੀਰ ਸਾਂ। ਹੁਣ ਪਿੱਛੇ ਜਿਹੀ ਜਦੋਂ ਜੋੜਾ ਘਰ ਬਣਾ ਰਹੀ ਸੀ ਸ਼੍ਰੋਮਣੀ ਕਮੇਟੀ ਦਾ, ਥੱਲਿਓਂ ਇੱਕ ਕੇਵ ਨਿਕਲੀ, ਉਹ ਜਿਹੜੀ ਕੇਵ ਸੀ ਗਿਆਨੀਆਂ ਦਾ ਬੁੰਗਾ ਸੀ। ਉਹ ਗਿਆਨੀਆਂ ਦਾ ਬੁੰਗਾ ਜਿਹੜਾ ਸੀ ਉਹ ਸਾਡੀ ਮਾਡਰਨ ਐਜੂਕੇਸ਼ਨ ਦਾ ਇੱਕ ਪਹਿਲਾ ਜਿਹੜਾ ਇੰਸਟੀਟਿਊਸ਼ਨ ਸੀ। 65 ਤੋਂ ਵੱਧ ਬੁੰਗੇ ਜਿਹੜੇ ਸੀ ਉਹ ਅਸੀਂ ਨੈਸਤੋਂ ਨਬੂਦ ਕਰ ਦਿੱਤੇ। ਔਰ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਉੱਥੇ ਇੱਕ ਬੁੰਗਾ ਹੁੰਦਾ ਸੀ, ਉਹ ਇਸ ਤਰ੍ਹਾਂ ਦਾ ਸੀ, ਤਾਂ ਉਹਦੀ ਜਿਹੜੀ ਮੈਟਾਫਿਜ਼ਿਕਸ ਆ ਉਹ ਸਟਿਲ ਫੀਲ ਕੀਤੀ ਜਾ ਸਕਦੀ ਹੈ ਕਿ ਹਾਂ ਇਸ ਤਰ੍ਹਾਂ ਦਾ ਹੋ ਸਕਦਾ ਸੀ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਇੱਕ ਕੌਮ ਨੂੰ ਅਮੀਰ ਕਰਦੀਆਂ ਨੇ। ਜਿੰਨੀ ਸਾਡੀ ਅਸੀਂ ਵਿਰਾਸਤ ਸੰਭਾਲ ਕੇ ਰੱਖਾਂਗੇ ਅਸੀਂ ਓਨੇ ਹੀ ਅਮੀਰ ਹੋਵਾਂਗੇ। ਅੱਜ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਣਾਇਆ, ਆਪਣੇ ਹੱਥੀਂ ਬਣਾਇਆ ਹੋਇਆ ਜਿਹੜਾ ਕਿਲ੍ਹਾ ਆ ਅਨੰਦਪੁਰ ਸਾਹਿਬ, ਉਹ ਨਹੀਂ ਹੈ। ਜੇ ਅੱਜ ਉਹ ਹੁੰਦਾ ਤਾਂ ਸਾਨੂੰ ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਅਸੀਂ ਕੀ ਹਾਂ, ਜਸਟ ਕਿਲ੍ਹਾ ਵੇਖ ਲੈਂਦੇ ਤਾਂ ਅਸੀਂ ਸਾਰੇ ਦਾ ਸਾਰਾ ਸਿੱਖੀਜ਼ਮ ਜਿਹੜਾ ਸੀ, ਸਿੱਖ ਇਤਿਹਾਸ ਜਿਹੜਾ ਸੀ ਉਹ ਤੋਂ ਜਾਣੂ ਹੋ ਸਕਦੇ ਹਾਂ। ਇਸੇ ਤਰ੍ਹਾਂ ਹੀ ਚਮਕੌਰ ਦੀ ਗੜੀ ਖੁੱਸ ਗਈ, ਇਸੇ ਤਰ੍ਹਾਂ ਹੀ ਜਿੱਥੇ ਸਾਹਿਬਜ਼ਾਦੇ ਜਿਹੜੇ ਸਨ ਨੀਹਾਂ ਵਿੱਚ ਚਲੇ ਗਏ, ਉਹ ਜਿਹੜੀ ਨੀਂਹ ਸੀ ਅਸੀਂ ਉਹਨੂੰ ਇਸ ਤਰ੍ਹਾਂ ਇੱਕ ਫੈਂਸੀ ਬਣਾ ਦਿੱਤਾ ਕਿ ਉਹਦੇ ਵਿੱਚੋਂ ਉਹ ਇੰਪ੍ਰੈਸ਼ਨ ਅਸੀਂ ਜਿਹੜਾ ਵਾ ਉਹ ਖਤਮ ਕਰ ਦਿੱਤਾ। ਹਾਂਜੀ ਬਿਲਕੁਲ ਠੀਕ ਤੁਸੀਂ ਗੱਲ ਕੀਤੀ ਹੋਣੇ ਜਿਹੜੀ ਜਿਹੜਾ ਹੈਰੀਟੇਜ, ਅਸੀਂ ਹੁਣ ਹੈਰੀਟੇਜ ਸਟਰੀਟ ਕਹਿ ਦਿੰਦੇ ਹਾਂ ਉਹਨੂੰ, ਕਿ ਇਹ ਸਾਡੀ ਅਸਲ ਉਹ ਪੁਰਾਣੀ ਵਿਰਾਸਤ ਸੀਗੀ। ਪਹਿਲਾਂ ਉਸ ਨੂੰ ਜਿਹੜੀ ਅਸੀਂ ਸਾਂਭ ਨਹੀਂ ਸਕੇ, ਫਿਰ ਉਸ ਨੂੰ ਇੱਕ ਨਵੀਂ ਦਿੱਖ ਦੇ ਕੇ ਤੇ ਬਣਾਇਆ ਗਿਆ, ਫਿਰ ਉਹਨੂੰ ਕਰੋੜਾਂ ਰੁਪਏ ਲਾਏ ਗਏ। ਤੇ ਹੁਣ ਵੀ ਜਿਹੜਾ ਅਸੀਂ ਦਰਬਾਰ ਸਾਹਿਬ ਦੇ ਰਸਤੇ ਨੂੰ ਜਿਹੜਾ ਹਾਲ ਬਾਜ਼ਾਰ ਜਾਂਦਾ ਹੈ ਉਸ ਨੂੰ ਸਾਰਾ ਰੈਨੋਵੇਟ ਕਰ ਰਹੇ ਨੇ। ਪਹਿਲਾਂ ਉੱਥੇ ਉਸਾਰੀਆਂ ਕੀਤੀਆਂ ਗਈਆਂ, ਦੂਜੀਆਂ ਵੀ। ਤੇ ਤੁਸੀਂ ਇਹ ਗੱਲ ਕੀਤੀ ਜਿਹੜੀ ਹੈਰੀਟੇਜ ਅਸੀਂ ਖਾਸ ਕਰਕੇ ਜਿਹੜੇ ਟੂਰਿਸਟ ਆਉਂਦੇ ਸੀ, ਸੋ ਇਸ ਕਿੱਤੇ ਨਾਲ ਜਿਹੜੇ ਗਾਈਡ ਨੇ, ਜੇ ਅਸੀਂ ਉਹਨਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਕੋਵਿਡ ਦੀ ਅਸੀਂ ਗੱਲ ਕੀਤੀ ਆ, ਬਹੁਤ ਹੀ ਮੈਂ ਕਹਾਂਗਾ ਹੈਰਾਨੀ ਹੈ ਕਿ ਹਾਲੇ ਵੀ ਜਿਸ ਤਰ੍ਹਾਂ ਤੁਹਾਡਾ ਲੋਕ ਆਉਂਦੇ ਸਨ, ਕਿੰਨੇ ਲੋਕ ਇਸ ਪਾਸੇ ਵੱਲ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਜੇ, ਜਾਂ ਕਿੰਨੇ ਕੁ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਨੇ, ਤੇ ਉਹ ਉਹਨਾਂ ਦਾ ਰੁਜ਼ਗਾਰ ਓਬਵੀਅਸਲੀ ਇਹੀ ਸੀਗਾ। ਪਰ ਕਿੰਨਾ ਕੁ ਲੋਕ, ਕੀ ਸਾਡੇ ਭਾਰਤੀ ਲੋਕ ਜ਼ਿਆਦਾ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਾਂ ਵਿਦੇਸ਼ੀ ਲੋਕ ਤੁਹਾਡੇ ਜਿਹੜੇ ਨੇ ਅਸੀਂ ਕਵਾਂਗੇ ਤੁਹਾਡੇ ਕੋਲ ਜਿਹੜਾ ਹੈ ਸਰਵਿਸਿਜ਼ ਲੈਂਦੇ ਨੇ, ਕਿ ਇਹ ਬਹੁਤਾ ਭਾਰਤੀਆਂ ਵਿੱਚ ਕਿ ਇਹ ਬੈਲੈਂਸ ਹੈ? ਸੋ ਇਹ ਦੋ ਗੱਲਾਂ ਜ਼ਰੂਰ ਦੱਸਣਾ ਕਿ ਕਿੰਨੇ ਕੁ ਲੋਕ ਜੁੜੇ ਹੋਏ ਨੇ ਤੇ ਇਹਦੇ ਵਿੱਚ ਕਿਹੜੇ ਯਾਤਰੀ ਖਾਸ ਕਰਕੇ ਭਾਰਤੀ ਨੇ ਜਾਂ ਵਿਦੇਸ਼ੀ ਨੇ? ਕਿਉਂਕਿ ਮੈਂ ਖੁਦ ਅੰਮ੍ਰਿਤਸਰ ਪਲਿਆ, 25 ਸਾਲ ਰਿਹਾ, ਹਾਲੇ ਵੀ ਜਾਈਦਾ ਹੈ। ਪਰ ਮੈਂ ਖੁਦ ਜਿਹੜੀ ਤੁਸੀਂ ਹੈਰੀਟੇਜ ਵਾਕ, ਉਸ ਬਾਰੇ ਵੀ ਆਪਾਂ ਗੱਲ ਕਰਾਂਗੇ, ਮੈਂ ਖੁਦ ਉਹ ਹੈਰੀਟੇਜ ਵਾਕ ਨਹੀਂ ਲਈ ਕਿਸੇ ਗਾਈਡ ਕੋਲੋਂ ਵੀ। ਸੋ ਇਹ ਤੁਸੀਂ ਥੋੜਾ ਜਿਹਾ ਦੱਸਣਾ ਕਿ ਕਿਸ ਤਰ੍ਹਾਂ ਜੁੜੇ, ਤਾਂ ਜੋ ਸਾਡੇ ਲੋਕ ਜਿਹੜੇ ਸਾਡੇ ਬੱਚੇ ਵੀ ਨੇ, ਅਸੀਂ ਜ਼ਰੂਰ ਉਹਨਾਂ ਨੂੰ ਇਹ ਵਿਖਾਈਏ, ਸਾਨੂੰ ਵੀ ਹੱਲਾਸ਼ੇਰੀ ਮਿਲੇ। ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਪਤਾ ਲੱਗੇ ਕਿ ਹਾਂਜੀ ਜੀ, ਸਾਨੂੰ ਵੀ, ਭਾਵੇਂ ਅਸੀਂ ਸ਼ਹਿਰ 'ਚ ਰਹਿੰਦੇ ਹਾਂ, ਸਾਨੂੰ ਵੀ ਜ਼ਰੂਰ ਇਹਨਾਂ ਚੀਜ਼ਾਂ ਦੀ ਜਾਂ ਵਾਕ ਜ਼ਰੂਰ ਕਰਨੀ ਚਾਹੀਦੀ ਹੈ। ਡੈਫੀਨੇਟਲੀ ਭਾਜੀ, ਮੈਂ ਇੱਥੇ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਇਸ ਕੋਵਿਡ ਦੇ ਦੌਰਾਨ ਲਗਭਗ 25 ਤੋਂ 30 ਗਾਈਡ ਜਿਹੜੇ ਨੇ ਲਗਭਗ ਪਿਛਲੇ 2.5 ਸਾਲ ਤੋਂ ਵਿਹਲੇ ਘਰ ਬੈਠੇ ਹੋਏ ਨੇ। ਅਨਫੋਰਚੂਨੇਟ ਗੱਲ ਇਹ ਹੈ ਕਿ ਸਾਡੀ ਨਾ ਤੇ ਪੰਜਾਬ ਸਰਕਾਰ ਨੇ, ਨਾ ਗਵਰਨਮੈਂਟ ਆਫ ਇੰਡੀਆ ਨੇ ਜਿਹੜੇ ਟੂਰਿਜ਼ਮ ਇੰਡਸਟਰੀ ਦੇ ਵਿੱਚ ਲੋਕ ਸਨ ਉਹਨਾਂ ਦੀ ਨਾ ਕੋਈ ਹੈਲਪ ਕੀਤੀ, ਨਾ ਕੋਈ ਬਾਂਹ ਫੜੀ। ਇਹ ਬਹੁਤ ਹੀ ਅਨਫੋਰਚੂਨੇਟ। ਪੰਜਾਬ ਟੂਰਿਜ਼ਮ ਦਾ ਤਾਂ ਕਹਿ ਲਓ ਵੀ ਐਡਾ ਮਤਲਬ ਕਿ ਸਕੋਪ ਹੈ, ਐਡਾ ਇਹਦਾ ਪੋਟੈਂਸ਼ੀਅਲ ਹੈ, ਲੇਕਿਨ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਨਾਂ ਦੀ ਚੀਜ਼ ਕੋਈ ਐਗਜ਼ਿਸਟ ਹੀ ਨਹੀਂ ਕਰਦੀ। ਉਹਨਾਂ ਦਾ ਕੋਈ ਨਾ ਅੱਗਾ ਹੈ ਨਾ ਪਿੱਛਾ ਹੈ। ਸੋ ਖੈਰ ਐਨੀਵੇ, ਇਹ
ਹਿੰਦੁਸਤਾਨ ਦੇਸ਼ ਹੈ, ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ। ਤੇ ਮੈਂ ਇਹ ਦੱਸਣਾ ਚਾਹਾਂਗਾ ਇੱਥੇ ਕਿ ਦੋ ਦੋ ਗੱਲਾਂ ਹਨ। ਇੱਕ ਹੈ ਹੈਰੀਟੇਜ ਸਟਰੀਟ, ਉਸ ਨੂੰ ਨਾਂ ਦਿੱਤਾ ਗਿਆ ਹੈ ਹੈਰੀਟੇਜ ਸਟਰੀਟ। ਉਹ ਜਿਹੜੀ ਹੈਰੀਟੇਜ ਸਟਰੀਟ ਹੈ ਉਹ ਕੋਈ 6-7 ਸਾਲ ਪਹਿਲੋਂ ਉਸ ਸਮੇਂ ਦੀ ਸਰਕਾਰ ਨੇ ਡਿਵੈਲਪ ਕੀਤੀ, ਔਰ ਉਸ ਹਾਂਜੀ ਦੇ ਵਿੱਚ ਖਾਮੀ ਇਹ ਪਾਈ ਗਈ, ਇਹ ਮੈਨੂੰ ਨਹੀਂ ਪਤਾ ਕਿ ਉਹ ਪਰਪਸਲੀ ਇਸ ਨੂੰ ਕਮਿਟ ਕੀਤਾ ਗਿਆ ਜਾਂ ਸਹਿ ਸੁਭਾਏ ਗੱਲ ਹੋਈ ਆ, ਕਿ ਟਾਊਨ ਹਾਲ ਤੋਂ ਲੈ ਕੇ, ਭਰਾਵਾਂ ਦੇ ਢਾਬੇ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ ਜਦੋਂ ਇਸ ਇਸ ਪੈਸੇਜ ਨੂੰ ਰੈਨੋਵੇਟ ਕੀਤਾ ਗਿਆ ਤਾਂ ਉਸ ਨੂੰ ਹੂ ਜਿਹੜੀ ਲੁੱਕ ਆ ਉਹ ਜੈਪੁਰ ਦੀ ਦੇ ਦਿੱਤੀ ਗਈ। ਰਾਜਸਥਾਨੀ, ਹਾਲਾਂਕਿ ਹਾਂਜੀ ਅੰਮ੍ਰਿਤਸਰ ਦਾ ਤੇ ਜੈਪੁਰ ਦਾ ਕੋਈ 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 ਮੇਲ ਹੀ ਨਹੀਂ ਹੈ, ਕੋਈ ਗੱਲ ਹਾਂਜੀ ਹੀ ਨਹੀਂ ਹੈ। ਅੰਮ੍ਰਿਤਸਰ ਇੱਕ ਆਪਣੇ ਆਪ ਦੇ ਵਿੱਚ ਸਿਵਲਾਈਜੇਸ਼ਨ ਹੈ, ਔਰ ਉਹ ਜਿਹੜਾ ਸਾਰਾ ਰਸਤਾ ਹੈ ਉਸ ਨੂੰ ਇੱਕ ਯੂਨੀਫਾਰਮਲ ਲੁੱਕ ਦੇ ਕੇ ਤੇ ਜੈਪੁਰੀ ਸਟਾਈਲ ਜਿਹੜਾ ਵਾ ਉਹ ਦੇ ਦਿੱਤਾ ਗਿਆ, ਜਿਹਦੇ ਹਾਂਜੀ ਨਾਲ ਜਦੋਂ ਅਸੀਂ ਉਹਦੇ ਵਿੱਚ ਤੁਰਦੇ ਹਾਂ ਤੇ ਉਹ ਸਾਨੂੰ ਅੰਮ੍ਰਿਤਸਰ ਘੱਟ ਤੇ ਜੈਪੁਰ ਜ਼ਿਆਦਾ ਲੱਗਦਾ ਹੈ। ਹਾਂਜੀ ਜਿਹੜੀ ਅੰਮ੍ਰਿਤਸਰ ਹੈਰੀਟੇਜ ਵਾਕ ਹੈ, ਇਹ ਵਾਕ ਜਿਹੜੀ ਹੈ ਇਹ ਉਹਨਾਂ ਬਾਜ਼ਾਰਾਂ ਦੇ ਵਿੱਚ ਹੈ ਜਿਹੜੇ 300 ਸਾਲ ਪਹਿਲੋਂ ਬਣਾਏ ਗਏ ਸਨ। ਇਹ ਛੋਟੇ ਬਾਜ਼ਾਰ ਹਨ, ਨੈਰੋ ਲੇਨਸ ਹਨ, ਮਲਟੀ ਸਟੋਰੀ ਬਿਲਡਿੰਗ ਹਨ, ਛੋਟੀਆਂ ਛੋਟੀਆਂ ਗਲੀਆਂ ਹਨ, ਪੁਰਾਣੇ ਮਕਾਨ ਹਨ। ਛੋਟਾ ਜਿਹਾ ਦਰਵਾਜ਼ਾ ਖੋਲੋ, ਅੰਦਰ ਵੜੋ ਤੇ ਇੱਕ ਖੂਬਸੂਰਤ ਮੰਦਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਤੁਹਾਨੂੰ ਮਿਲਦਾ ਹੈ। ਖਾੜਾ ਸੰਗਲ ਵਾਲਾ ਹੈ। ਤੁਸੀਂ 15 ਪੌੜੀਆਂ ਉੱਤਰ ਕੇ ਥਾਂ ਬੇਸਮੈਂਟ 'ਚ ਜਾਂਦੇ ਹੋ, ਅੱਗੇ ਦੇਖਦੇ ਹੋ ਕਿ ਇੱਕ ਵਿਸ਼ਾਲ ਜਿਹੜਾ ਇੱਕ ਸਟਰਕਚਰ ਹੈ, ਜਿੱਥੇ ਕਿ ਖਾੜਾ ਸੰਗਲ ਵਾਲਾ ਜਿਹੜਾ ਅੰਮ੍ਰਿਤਸਰ ਦੀ ਪਹਿਲੀ ਯੂਨੀਵਰਸਿਟੀ ਜਿਹੜੀ ਹੈ ਮੰਨੀ ਗਈ ਹੈ। ਸੋ ਕਹਿਣ ਤੋਂ ਮੇਰਾ ਭਾਵ ਇਹ ਕਿ ਕਾਫੀ ਜਿਹੜਾ ਇੱਕ ਰੋਲ ਕੁਚੋਲਾ ਹੈ ਕਿ ਹੈਰੀਟੇਜ ਕੀ ਹੈ ਤੇ ਆਪਣੇ ਮਾਡਰਨ ਜਿਹੜਾ ਹੈਰੀਟੇਜ ਨੂੰ ਕ੍ਰੀਏਟ ਕਰ ਦਿੱਤਾ ਗਿਆ, ਇੱਕ ਫੈਂਸੀ ਬਣਾ ਦਿੱਤਾ ਗਿਆ। ਲੋਕਾਂ ਨੂੰ ਭੁਲੇਖਾ ਇਹ ਪੈਂਦਾ ਹੈ ਕਿ ਸ਼ਾਇਦ ਇਹ ਹੈਰੀਟੇਜ ਹੈ, ਜਦ ਕਿ ਇਹ ਇਸ ਤਰ੍ਹਾਂ ਨਹੀਂ ਹੁੰਦਾ। ਵਿਰਾਸਤ ਦੇ ਨਾਲ ਉਹਦੀ ਹਿਸਟਰੀ ਵੀ ਜੁੜੀ ਹੁੰਦੀ ਹੈ, ਇਮੋਸ਼ਨਸ ਜੁੜੇ ਹੁੰਦੇ ਹਨ, ਤੇ ਉਸ ਵਿਰਾਸਤ ਨੇ ਕੁਝ ਨਾ ਕੁਝ ਕੰਟਰੀਬਿਊਟ ਕੀਤਾ ਹੁੰਦਾ ਹੈ ਉਸ ਸਮੇਂ ਦੀ ਸੁਸਾਇਟੀ ਨੂੰ। ਤੇ ਅੱਜ ਜੇ ਅਸੀਂ ਕਿਸੇ ਗੱਲ ਦਾ ਮਾਣ ਕਰਾਂਗੇ ਤੇ ਅਸੀਂ ਖਾੜਾ ਸੰਗਲ ਵਾਲਾ ਤੇ ਮਾਣ ਕਰ ਸਕਦੇ ਹਾਂ ਕਿ ਇਹ ਸਾਡੀ ਉਸ ਸਮੇਂ ਦੀ ਪਹਿਲੀ ਯੂਨੀਵਰਸਿਟੀ ਸੀ। ਇੱਥੇ ਡਿਗਰੀਆਂ ਜਿਹੜੀਆਂ ਸਨ ਉਦੋਂ ਦਿੱਤੀਆਂ ਗਈਆਂ, ਇੱਕ ਲਰਨਿੰਗ ਸੈਂਟਰ ਸੀ। ਸੋ ਕੁੱਲ ਹਾਂਜੀ ਮਿਲਾ ਹਾਂਜੀ ਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਹੈ ਵਿਰਾਸਤ ਨੂੰ ਲੈ ਕੇ, ਉੱਥੇ ਜਿਹੜੀ ਸਰਕਾਰਾਂ ਹਨ ਹਿੰਦੁਸਤਾਨ ਦੀਆਂ, ਨਾਟ ਓਨਲੀ ਪੰਜਾਬ, ਸਾਰੀਆਂ ਸਟੇਟਾਂ ਦੀਆਂ, ਗਵਰਨਮੈਂਟ ਆਫ ਇੰਡੀਆ, ਉਹਨਾਂ ਦੇ ਵਿੱਚ ਵਿਰਾਸਤ ਨੂੰ ਸੰਭਾਲਣ ਦੇ ਲਈ ਕੋਈ ਵੀ ਜਿਹੜੀ ਹੈ ਉਹ ਪਹਿਲ ਕਦਮੀ ਨਹੀਂ ਹੈ। ਔਰ ਮੋਰ ਓਵਰ ਅੱਜ ਦੀ ਜੋ ਸਰਕਾਰ ਹੈ ਗਵਰਨਮੈਂਟ ਆਫ ਇੰਡੀਆ ਦੀ, ਉਹਦੀ ਕੋਸ਼ਿਸ਼ ਇਹ ਹੈ ਕਿ ਜਿੰਨੀਆਂ ਵੀ ਵਿਰਾਸਤਾਂ ਹਨ ਕਿਸੇ ਹੋਰ ਧਰਮ ਦੇ ਨਾਲ ਰਿਲੇਟਡ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਜਾਵੇ, ਤਾਂ ਕਿ ਜਦੋਂ ਇੱਕ ਵਿਰਾਸਤ ਖਤਮ ਹੁੰਦੀ ਹੈ, ਇਤਿਹਾਸ ਖਤਮ ਹੋ ਜਾਂਦਾ ਹੈ, ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਉਸ ਇਤਿਹਾਸ ਦਾ ਬਿਲਕੁਲ ਕੋਈ ਜਾਣਕਾਰੀ ਨਾ ਹੋਵੇ। ਇਸੇ ਹਾਂਜੀ ਤਰ੍ਹਾਂ ਹੀ ਹਾਂਜੀ ਜਿਵੇਂ ਕਿ ਬਿਲਕੁਲ ਠੀਕ ਗੱਲ ਇਲਾਹਾਬਾਦ ਨੂੰ ਤੁਹਾਡੀ। ਪ੍ਰਗਿਆ ਰਾਜ ਨਾਮ, ਸੋ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤੇ ਜਿਹੜਾ ਹੈ ਤਹਿਤ ਹੋ ਰਿਹਾ। ਮੈਂ ਸਮਝਣਾ ਕਿ ਸਾਰੇ ਪੰਜਾਬੀਆਂ ਨੂੰ ਇੱਕ ਹੰਬਲਾ ਮਾਰਨ ਦੀ ਲੋੜ ਹੈ। ਅੰਮ੍ਰਿਤਸਰ ਦੇ ਉੱਤੇ ਇੱਕ ਸਟੱਡੀ ਕਰਵਾਈ ਜਾਵੇ, ਸਕਾਲਰਸ ਦੀ ਸਟੱਡੀ ਕਰਵਾਈ ਜਾਵੇ, ਤੇ ਜੋ ਐਬਸਟਰੈਕਟ ਨਿਕਲੇ, ਜੋ ਨਿਚੋੜ ਨਿਕਲੇ, ਉਹਦੇ ਆਧਾਰ ਦੇ ਉੱਤੇ ਪੁਰਾਣੇ ਸ਼ਹਿਰ ਨੂੰ ਜੋ 12 ਦਰਵਾਜ਼ਿਆਂ ਦੇ ਅੰਦਰ ਹੈ ਉਸ ਨੂੰ ਪ੍ਰੀਜ਼ਰਵ ਕਰਨ ਦੀ, ਰਿਸਟੋਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹਦੇ ਵਿੱਚੋਂ ਜਿਹੜਾ ਮੈਸੇਜ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰਾ ਜੀਓ, ਉਹ ਝਲਕਣਾ ਚਾਹੀਦਾ ਹੈ। ਉਹਦੇ ਵਿੱਚੋਂ ਜਿਹੜੀ ਨਿਮਰਤਾ ਹੈ ਸਿੱਖੀਜ਼ਮ ਦੀ, ਉਹ ਬਾਹਰ ਨਿਕਲਣੀ ਚਾਹੀਦੀ ਹੈ। ਉਹਦੇ ਵਿੱਚੋਂ ਜਿਹੜਾ ਵੈਲਬੀਂਗ ਆਫ ਆਲ, ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਪਾਣੀ ਸਰਬੱਤ ਦਾ ਭਲਾ ਵਾਲਾ ਜਿਹੜਾ ਕੰਸੈਪਟ ਹੈ ਉਹ ਨਿਕਲਣਾ ਚਾਹੀਦਾ ਹੈ। ਉਹਦੇ ਵਿੱਚੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਾ ਜਿਹੜਾ ਕੰਸੈਪਟ ਹੈ ਉਹ ਆਉਣਾ ਚਾਹੀਦਾ ਹੈ, ਕਿਉਂਕਿ ਅੰਮ੍ਰਿਤਸਰ ਜਿਹੜਾ ਸੀ ਇਹ ਬਾਗਾਂ ਦਾ ਸ਼ਹਿਰ ਸੀ। ਨੰਬਰ ਆਫ ਬਾਗਸ ਵਰ देयर ਬਟ ਦੇ ਆਰ ਆਲ ਨਾਓ, ਉਹ ਖਤਮ ਕਰ ਦਿੱਤੇ ਗਏ, ਹੋ ਗਏ ਪਾਪੂਲੇਸ਼ਨ ਪ੍ਰੈਸ਼ਰ। ਸੋ ਅੰਮ੍ਰਿਤਸਰ ਨੂੰ ਅੱਜ ਫੇਰ ਜਿਹੜਾ ਸਾਡਾ ਕੰਸੈਪਟ ਹੈ, ਫਿਲਾਸਫੀ ਹੈ, ਗੁਰੂ ਨਾਨਕ ਦੇਵ ਜੀ ਦੀ ਆਈਡੀਓਲੋਜੀ ਹੈ, ਉਹਦੇ ਆਧਾਰ ਦੇ ਉੱਤੇ ਇਸ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਨਾ ਕਿ ਕੋਈ ਫੈਂਸੀ, ਕੋਈ ਅਟਰੈਕਸ਼ਨ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕੋਈ ਇਹਦੀ ਇੰਪਰੂਵਮੈਂਟ ਹੋਣੀ ਚਾਹੀਦੀ। ਹਾਂਜੀ ਬਿਲਕੁਲ ਠੀਕ ਗੱਲ ਤੁਹਾਡੀ। ਤੁਸੀਂ ਜਿਸ ਤਰ੍ਹਾਂ ਦੱਸਿਆ ਪਹਿਲਾਂ ਤੇ ਇਹ ਜਿਹੜੀਆਂ ਜਾਣਕਾਰੀ ਆ, ਅਖਾੜਾ ਹੋ ਗਿਆ, ਅਖਾੜੇ ਯੂਨੀਵਰਸਿਟੀਜ਼ ਦੀ ਦੱਸੀਆਂ, ਬੁੰਗੇ, ਇਹਨਾਂ ਦਾ ਕੀ ਮਤਲਬ ਹੁੰਦਾ ਹੈ, ਇਹ ਇੱਕ ਬੜਾ ਵਧੀਆ ਵਿਸ਼ਾ ਜਿਹੜੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲ ਜਾਣਕਾਰੀ ਲੈਣ ਲਈ। ਪਰ ਤੁਸੀਂ ਜਿਹੜੀ ਇੰਪੋਰਟੈਂਟ ਗੱਲ ਇਹ ਦੱਸੀ ਹੈ ਕਿ ਇਹ ਜਿਹੜੀ ਹੈਰੀਟੇਜ ਸਟਰੀਟ ਹੈ ਇਹ ਕੋਈ ਰੀਅਲ ਹੈਰੀਟੇਜ ਨਹੀਂ ਹੈ, ਬਿਲਕੁਲ ਠੀਕ ਗੱਲ ਹੈ। ਅਸੀਂ ਜਦੋਂ
मैं दिल्ली भी हवाई अड्डे आना, असीं देखीदा उन्हां दा टूरिज्म। मैं सुनिया वा कि राजस्थान जे जाओ तो किस तरह उन्हां दी टूरिज्म महकमिਆਂ ने हाले भी इंटरनेट ते भी जां किते भी देखीदा वा, ते पता लगदा है कि जे पंजाब टूरिज्म कंपेयर करिए जां उन्हां दी वैबसाइट जां होर भी ते दूजे कंपेयर करिए ते कितना जमीन आसमान दा फर्क नज़र आउंदा है। सो ये तुहाडी गल बिल्कुल ठीक है कि किस तरह जिहड़ी हैरीटेज है वो रियल हैरीटेज, जिहड़े बाजार ने, वो जगह ने, वो जिहड़े घर ने, वो साडा पिंड वसाया है, चलो ठीक है पिंड ਦੀਆਂ ਚੀਜ਼ਾਂ, पर जिहड़ी रियल चीज़ है ਅਸੀਂ उसनूं खत्म कर रहे हैं। पर एक गल फिर मैं कहांगा, ਜਿਹੜੇ ਤੁਸੀਂ ਦੱਸਿਆ ਕਿ 25 ਤੋਂ 30 ਜਿਹੜੇ ਸੀ ਇਸ ਵਾਰ ਗਾਈਡ ਸਨ, ਉਹ ਜੁੜੇ ਸਨ, ਤੇ ਜਿਹੜੇ ਤੁਹਾਡੇ ਸੈਲਾਨੀ ਨੇ ਉਹ ਜਿਸ ਤਰ੍ਹਾਂ ਮੈਂ ਦੱਸਿਆ, ਮੈਂ ਖੁਦ ਆਪ ਵੀ ਕਦੀ ਜਿਹੜੀ ਹੈ ਇਸ ਤਰ੍ਹਾਂ ਸਾਰਾ ਫਿਰ ਕੇ ਜਾਂ ਕਿਸੇ ਗਾਈਡ ਦੇ ਥਰੂ ਇਸ ਤਰ੍ਹਾਂ ਦੇ ਕਦੀ ਕੋਈ ਟੂਰ ਨਹੀਂ ਲਿਆ। ਕੀ ਤੁਹਾਡੇ ਜਿਹੜੇ ਕਸਟਮਰ ਜਾਂ ਜਿਹੜੇ ਲੋਕ ਆਉਂਦੇ ਨੇ ਕਿ ਉਹਨਾਂ ਲਈ ਇਹ ਚੀਜ਼ਾਂ ਵੇਖਣ ਲਈ ਕਿ ਭਾਰਤੀਆਂ ਵਿੱਚ ਜ਼ਿਆਦਾ ਹੈ ਕਿ ਵਿਦੇਸ਼ ਵਾਲਿਆਂ ਵਿੱਚ ਜ਼ਿਆਦਾ ਹੈ? ਤੇ ਸਮੀਪ ਭਾਜੀ, ਇੱਥੇ ਮੈਂ ਦੱਸਣਾ ਚਾਹਾਂਗਾ ਕਿ ਜ਼ਿਆਦਾਤਰ ਜਿਹੜੇ ਗਾਈਡ ਹਾਇਰ ਕੀਤੇ ਜਾਂਦੇ ਨੇ ਉਹ ਵਿਦੇਸ਼ੀਆਂ ਵੱਲੋਂ ਕੀਤੇ ਜਾਂਦੇ ਨੇ। ਔਰ ਲੇਕਿਨ ਅੱਜ ਕੱਲ ਇੱਕ ਟ੍ਰੈਂਡ ਆਇਆ ਆ, ਜਿਹੜੇ ਲੋਕ ਹੈਦਰਾਬਾਦ ਰਹਿੰਦੇ ਨੇ, ਵੱਡੇ ਜਿਹੜੇ ਮੈਟਰੋਪੋਲੀਟਨ ਸਿਟੀਜ਼ ਨੇ ਇੰਡੀਆ ਦੇ ਵਿੱਚ, ਜਿਵੇਂ ਮੁੰਬਈ ਹੈ, ਹੈਦਰਾਬਾਦ ਹੈ, ਬੈਂਗਲੌਰ, ਪੂਨੇ ਹੈ, ਮੈਂ ਇਹ ਵੇਖਿਆ ਹੈ ਕਿਉਂਕਿ ਮੈਂ ਇੱਕ ਹੈਰੀਟੇਜ ਵਾਕ ਗਾਈਡ ਹਾਂ, ਪਿਛਲੀਆਂ ਲਗਭਗ 10 ਸਾਲਾਂ ਤੋਂ ਹੈਰੀਟੇਜ ਵਾਕ ਕੰਡਕਟ ਕਰਦਾ ਹਾਂ। ਔਰ ਉਹਨਾਂ ਦੇ ਵਿੱਚ, ਉਹਨਾਂ ਲੋਕਾਂ ਦੇ ਵਿੱਚ ਇੱਕ ਜ਼ਬਰਦਸਤ ਅਵੇਅਰਨੈਸ ਆਈ ਹੈ ਕਿ ਜੇ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਤਾਂ ਅਸੀਂ ਹੈਰੀਟੇਜ ਵਾਕ ਕਰਨੀ ਹੈ। ਲੇਕਿਨ ਇਹ ਅਵੇਅਰਨੈਸ ਅਜੇ, ਮੈਂ ਮਾਈਂਡ ਕਰਨਾ, ਸਾਰੇ ਲੋਕ ਇੱਕ ਜਿਹੇ ਨਹੀਂ ਹੁੰਦੇ। ਜਿਹੜੇ ਸਾਡੇ NRI ਭਰਾ ਨੇ, ਜਿਹੜੇ ਸਾਡੇ ਪ੍ਰਵਾਸੀ ਨੇ, ਉਹ ਹੈਰੀਟੇਜ ਵਾਕ ਨਹੀਂ ਕਰਦੇ। ਉਹ ਕੇਵਲ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਹਨ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ, ਉਹਨਾਂ ਚੋਂ ਕੁਝ ਵਾਹਗਾ ਬਾਰਡਰ ਜਾਂਦੇ ਹਨ, ਉਸ ਤੋਂ ਬਾਅਦ ਉਹ ਚਲੇ ਜਾਂਦੇ ਹਨ। ਲੇਕਿਨ ਜਿਹੜੀ ਹੈਰੀਟੇਜ ਵਾਕ ਹੈ, ਇੱਕ ਕਿਸਮ ਦਾ ਵਿਸ਼ਾ ਹੈ, ਸਬਜੈਕਟ ਹੈ। ਇਹ ਇੱਕ ਕੋਈ ਬਹੁਤਾ ਜੁਆਇਫੁਲ ਸਬਜੈਕਟ ਨਹੀਂ ਹੈ, ਥੋੜਾ ਜਿਹਾ ਰਫ ਹੋਣ ਕਰਕੇ ਬਹੁਤ ਸਾਰੇ ਲੋਕ ਜਿਹੜੇ ਇਸ ਨੂੰ ਨਹੀਂ ਇਸ ਨੂੰ ਲੈਂਦੇ। ਲੇਕਿਨ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਇੱਕ ਸੈਕਸ਼ਨ ਲੋਕਾਂ ਦਾ ਅਜਿਹਾ ਪੈਦਾ ਹੋ ਰਿਹਾ ਹੈ ਕਿ ਜਿਹੜਾ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜਾ ਵਿਰਾਸਤੀ ਸੈਰ ਨੂੰ ਲੈਣਾ ਚਾਹੁੰਦਾ ਹੈ, ਕਰਨਾ ਚਾਹੁੰਦਾ ਹੈ। ਔਰ ਜ਼ਿਆਦਾਤਰ ਜਿਹੜਾ ਸਾਡੇ ਗਾਈਡ ਨੇ ਉਹ ਵਿਦੇਸ਼ੀ ਮਹਿਮਾਨਾਂ ਵੱਲੋਂ ਹੀ ਹਾਇਰ ਕੀਤੇ ਜਾਂਦੇ ਹਨ। ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜ਼ਿਆਦਾਤਰ ਜਿਹੜੇ ਸਾਡੇ ਵਿਦੇਸ਼ੀ ਲੋਕ ਆਉਂਦੇ ਹਨ ਉਹ ਇੰਗਲਿਸ਼ ਸਪੀਕਿੰਗ ਹੁੰਦੇ ਹਨ। ਬੇਸ਼ੱਕ ਉਹ ਭਾਵੇਂ ਸਪੇਨ ਤੋਂ ਹੋਣ, ਫਰਾਂਸ ਤੋਂ ਹੋਣ, ਡੈਨਮਾਰਕ ਤੋਂ ਹੋਣ, ਉਹ ਬਹੁਤੇ ਅੰਗਰੇਜ਼ੀ ਬੋਲ ਲੈਂਦੇ ਹਨ। ਇਸੇ ਕਰਕੇ ਹੀ ਅੰਮ੍ਰਿਤਸਰ ਦੇ ਵਿੱਚ ਸਾਡੇ ਕੋਲ ਲੈਂਗੁਏਜ ਗਾਈਡ ਜਿਹੜੇ ਨੇ ਉਹ ਘੱਟ ਹਨ। ਜਦ ਕਿ ਜੇ ਤੁਸੀਂ ਜੈਪੁਰ ਜਾਓ, ਦਿੱਲੀ ਜਾਓ, ਆਗਰਾ ਜਾਓ, ਉੱਥੇ ਲੈਂਗੁਏਜ ਗਾਈਡ ਕਾਫੀ ਹਨ, ਕਿਉਂਕਿ ਉੱਥੇ ਬਹੁਤ ਸਾਰੇ ਉਸ ਲੈਂਗੁਏਜ ਨੂੰ ਬੋਲਣ ਵਾਲੇ ਟੂਰਿਸਟ ਸੈਲਾਨੀ ਵੀ ਆਉਂਦੇ ਹਨ। ਹਾਂ, ਮੈਂ ਇਹ ਪੁੱਛਣਾ ਚਾਹੁੰਦਾ ਸੀ, ਅਗਲਾ ਮੇਰਾ ਸਵਾਲ ਇਹੀ ਸੀਗਾ ਕਿ ਜਿਹੜੇ ਵਿਦੇਸ਼ ਵਿੱਚੋਂ ਵੀ ਆਉਂਦੇ ਨੇ ਕਾਫੀ ਗਾਈਡ, ਮੈਂ ਇਹ ਨਹੀਂ ਕਹਿ ਰਿਹਾ, ਪਰ ਜਿਸ ਤਰ੍ਹਾਂ ਗਾਈਡ ਦਾ ਕੋਈ ਕਰ ਰਿਹਾ, ਜਿਸ ਤਰ੍ਹਾਂ ਤੁਸੀਂ ਚਲੋ MA BEd ਕੀਤੀ, ਜਾਂ ਜਿਹੜੇ ਇਸ ਪ੍ਰੋਫੈਸ਼ਨ 'ਚ ਹੈਗੇ ਨੇ, ਕਿ ਭਾਸ਼ਾ ਦੀ ਉਹਨਾਂ ਨੂੰ ਸਮੱਸਿਆ ਆਉਂਦੀ ਹੈ, ਕਿੰਨੀ ਕੁ ਆਉਂਦੀ ਹੈ, ਜਾਂ ਉਹਦੇ ਵਿੱਚ ਵੀ ਕੀ ਇਹੀ ਕਾਰਨ ਨੇ? ਪਰ ਇਹ ਬੜੀ ਤੁਸੀਂ ਵੱਡੀ ਗੱਲ ਦੱਸੀ ਹੈ, ਤੇ ਮੈਂ ਵੀ ਇਹ ਫੀਲ ਕਰਦਾ ਵਾਂ ਗੱਲ ਕਿ ਅਸੀਂ ਵੀ ਜਿੱਦਾਂ ਹੈ, ਜਿੰਨੇ ਵੀ ਲੋਕ ਨੇ ਉਹਨਾਂ ਕੋਲੋਂ ਅਸੀਂ ਜਦੋਂ ਅੰਮ੍ਰਿਤਸਰ ਚਲੋ ਹਰਿਮੰਦਰ ਸਾਹਿਬ ਮੱਥਾ ਟੇਕਦੇ ਨੇ, ਮੇਰੀ ਆਪ ਹੋਰਨਾਂ ਵੀ ਗੱਲ ਹੁੰਦੀ, ਕਈਆਂ ਨੂੰ ਪਤਾ ਹੀ ਨਹੀਂ ਹੈ ਕਿ ਹਰਿਮੰਦਰ ਸਾਹਿਬ ਦੇ ਨਾਲ ਜਲਿਆਂਵਾਲਾ ਬਾਗ ਪਤਾ ਹੈ, ਦੋ ਥਾਵਾਂ ਦਾ ਪਤਾ ਹੈ। ਪਰ ਹਾਂਜੀ, ਹੁਣ ਅੱਜ ਕੱਲ੍ਹ ਜਿਸ ਤਰ੍ਹਾਂ ਮੀਡੀਆ 'ਚ ਵੀ ਆਉਂਦਾ ਹੈ ਵਾਹਗਾ ਬਾਰਡਰ ਹੋ ਗਿਆ, ਇਹ ਦੇਖ ਕੇ ਤੇ ਸਾਰੇ ਤੁਰ ਜਾਂਦੇ ਨੇ। ਪਰ ਅਸੀਂ ਇੱਕ ਹੋਰ ਗੱਲ ਹੈ, ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਚਲੋ ਸਰੋਵਰ ਜਿਹੜਾ ਹੈ ਹਰਿਮੰਦਰ ਸਾਹਿਬ ਦਾ ਹੈ, ਪਰ ਨਾਲ ਦੀ ਨਾਲ ਇੱਥੇ ਹੋਰ ਵੀ ਜਿਹੜੇ ਨੇ ਸਰੋਵਰ ਗੁਰੂ ਸਾਹਿਬ ਦੇ ਵੇਲ ਦੇ ਸੰਤੋਖ ਸਰ ਜਾਂ ਹੋਰ ਥਾਵਾਂ ਵੀ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਭਵਿੱਖ ਵਿੱਚ। ਪਰ ਜਿਹੜਾ ਤੁਸੀਂ ਦੱਸਿਆ ਹੈ ਕਿ ਸਰਕਾਰ ਜਿਹੜਾ ਇਹਨਾਂ ਦਾ ਰੁਜ਼ਗਾਰ ਹੈ, ਓਬਵੀਅਸਲੀ ਜਿਹੜੀ ਉਹਨਾਂ ਦੀ ਇੱਕ ਦਿਨ ਦਾ ਟ੍ਰਿਪ ਸੀਗਾ, ਉਹ ਚਲੋ ਸਰਕਾਰ ਵੱਲੋਂ ਜੇ ਥਾਵਾਂ ਬਣੀਆਂ ਨੇ ਦੂਜੀਆਂ, ਤੇ ਉਹ 3 ਦਿਨ 'ਚ ਕਨਵਰਟ ਹੋ ਗਿਆ। ਲੋਕ ਰਾਤੀ ਹੋਟਲਾਂ 'ਚ ਰਹਿੰਦੇ ਹੋਣਗੇ, ਤੇ ਹੋਰਨਾਂ ਵੀ ਫਿਰ ਤੁਹਾਡਾ ਵੀ ਚਲੋ ਠੀਕ ਹੈ 2 ਜਾਂ 3 ਦਿਨ ਤੁਹਾਨੂੰ ਫਿਰ ਉਹਨਾਂ ਨੂੰ ਜਿਹੜਾ ਹੈ ਇਹ ਜਿਹੜਾ ਟੂਰ ਦੇਣ ਦਾ ਮੌਕਾ ਮਿਲਦਾ ਹੋਏਗਾ। ਪਰ ਇਹ ਜਦੋਂ ਕੋਵਿਡ ਸ਼ੁਰੂ ਹੋਇਆ ਤੇ 2 ਸਾਲ ਦਾ ਲੰਮਾ ਅਰਸਾ ਹੈ, ਦੇਖਦੇ ਹਾਂ ਵਿਦੇਸ਼ ਵਿੱਚ ਕਾਫੀ ਲੋਕਾਂ, ਸਰਕਾਰਾਂ ਵੱਲੋਂ ਵੀ ਸਮਾਲ ਬਿਜ਼ਨਸਿਸ ਨੂੰ ਜਾਂ ਕਿਸੇ ਨੂੰ ਜਿਹੜਾ ਹੈ ਹੈਲਪ ਦਿੱਤੀ ਜਾ ਰਹੀ ਹੈ। ਕਿ ਇਹ ਬਿਲਕੁਲ ਹੀ ਜਦੋਂ 3 ਮਹੀਨੇ 4 ਮਹੀਨੇ ਬੰਦ ਰਿਹਾ, ਸਾਰਾ ਕੁਝ ਲੋਕਡਾਊਨ ਰਿਹਾ, ਤੇ ਕੀ ਬਿਲਕੁਲ ਕੋਈ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਕੋਈ ਪੈਕੇਜ ਜਾਂ ਸੈਂਟਰਲ ਗਵਰਨਮੈਂਟ ਨੂੰ ਕੋਈ ਇਸ ਤਰ੍ਹਾਂ ਦਾ ਪੈਕੇਜ ਨਹੀਂ ਦਿੱਤਾ ਗਿਆ ਕਿ ਜਿਹੜੇ ਲੋਕ ਇਸ ਚੀਜ਼ ਨਾਲ ਰਿਲੇਟਡ ਨੇ ਉਹ ਕਿਸ ਤਰ੍ਹਾਂ ਨੇ? ਕੀ ਸਰਕਾਰ, ਪੰਜਾਬ ਸਰਕਾਰ ਵੱਲੋਂ ਵੀ ਕੋਈ ਸਰਕਾਰੀ ਗਾਈਡ ਹੈਗੇ ਨੇ? ਜੀ ਭਾਜੀ,
ਇਸ ਤਰ੍ਹਾਂ ਭਾਜੀ ਕਿ ਅਸੀਂ 2009 ਦੇ ਵਿੱਚ ਅੰਮ੍ਰਿਤਸਰ ਗਾਈਡ ਐਸੋਸੀਏਸ਼ਨ ਬਣਾਈ ਸੀ, ਜਿਹੜੀ ਕਿ ਅੰਮ੍ਰਿਤਸਰ ਟੂਰਿਜ਼ਮ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਐਸੋਸੀਏਸ਼ਨ ਬਣੀ ਸੀ। ਹਾਂਜੀ ਔਰ ਸਾਡੀ ਜਿਹੜੀ ਸਭ ਤੋਂ ਪਹਿਲੀ ਡਿਮਾਂਡ ਸੀ ਪੰਜਾਬ ਗਵਰਨਮੈਂਟ ਕੋਲੋਂ ਕਿ ਸਾਨੂੰ ਟ੍ਰੇਨਿੰਗ ਦੇ ਕੇ ਲਾਇਸੈਂਸ ਦਿੱਤੇ ਜਾਣ। ਚਲੋ ਉਹ ਸਾਡੀ ਡਿਮਾਂਡ ਜਿਹੜੀ ਸੀ ਮੰਨੀ ਗਈ, ਸਾਨੂੰ ਟ੍ਰੇਨਿੰਗ ਦਿੱਤੀ ਗਈ, ਲਾਇਸੈਂਸ ਦਿੱਤੇ ਗਏ। ਉਹ ਸਾਲ ਦੀ ਉਹਦੀ ਵੈਲਿਡਿਟੀ, ਉਸ ਤੋਂ ਬਾਅਦ ਉਹ ਰੀਨਿਊ ਨਹੀਂ ਹੋਏ। ਇਹਦੀ ਇੱਕ ਨਾਕਾਬਲੀਅਤ ਹੈ ਡਿਪਾਰਟਮੈਂਟ ਦੀ। ਜਿੱਥੋਂ ਤੱਕ ਕੋਵਿਡ ਦੇ ਦੌਰਾਨ ਸਰਕਾਰੀ ਸਹਾਇਤਾ ਦਾ ਸਬੰਧ ਹੈ, ਉਹ ਭਾਜੀ ਜ਼ੀਰੋ ਹੈ। ਨਾਟ ਓਨਲੀ ਫਰੋਮ ਪੰਜਾਬ ਗਵਰਨਮੈਂਟ, ਸਗੋਂ ਹਿੰਦੁਸਤਾਨ ਸਰਕਾਰ ਨੇ ਵੀ ਜਿਹੜੇ ਟੂਰਿਜ਼ਮ ਇੰਡਸਟਰੀ ਦੇ ਲੋਕ ਸਨ, ਉਹਨਾਂ ਦੀ ਕੋਈ ਵੀ ਹੈਲਪ ਕਰਨ ਦੇ ਲਈ ਅੱਗੇ ਨਹੀਂ ਆਏ। ਤੇ ਮੈਨੂੰ ਇਹ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਕੋਵਿਡ ਦੇ ਦੌਰਾਨ ਜੇ ਸਭ ਤੋਂ ਵੱਧ ਕਿਸੇ ਦੀ ਇਨਸਲਟ ਹੋਈ ਆ, ਬੇਇੱਜ਼ਤੀ ਹੋਈ ਆ, ਤਾਂ ਉਹ ਟੂਰਿਜ਼ਮ ਵਾਲੇ ਲੋਕਾਂ ਦੀ ਹੋਈ ਹੈ। ਉਹਨਾਂ ਨੂੰ ਆਪਣੇ ਗੱਡੀਆਂ ਵੇਚਣੀਆਂ ਪੈ ਗਈਆਂ, ਉਹਨਾਂ ਨੂੰ ਆਪਣਾ ਸੋਨਾ ਵੇਚਣਾ ਪੈ ਗਿਆ। ਕਿਉਂਕਿ ਦੇਖੋ, ਜਿਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ 14 ਸਾਲ 15 ਸਾਲ ਲਾਏ ਨੇ, ਤੁਹਾਡੀ ਉਮਰ 45 ਸਾਲ ਜਾਂ 46 ਸਾਲ ਆ, ਤੁਸੀਂ ਕਿਹੜਾ ਕੰਮ ਕਰ ਸਕਦੇ? ਪਹਿਲੀ ਗੱਲ ਤੇ ਕੰਮ ਹੈ ਹੀ ਨਹੀਂ ਸਨ। ਫਿਰ ਜੇ ਕੋਈ ਕੰਮ ਮਿਲ ਵੀ ਜਾਵੇ ਤਾਂ ਉਹਦੇ ਵਿੱਚ ਉਹਨੂੰ ਕੰਮ ਦੇ ਵਿੱਚ ਐਕਸਪਰਟ ਹੋਣਾ, ਕੋਈ ਤੁਹਾਡੀ ਉਮਰ ਵੇਖ ਕੇ ਤੁਹਾਨੂੰ ਨੌਕਰੀ ਨਹੀਂ ਦਿੰਦਾ। ਤਾਂ ਬਹੁਤ ਸਾਰੇ ਲੋਕ ਜਿਹੜੇ ਟੂਰਿਜ਼ਮ ਇੰਡਸਟਰੀ ਦੇ, ਇਨਕਲੂਡਿੰਗ ਡਰਾਈਵਰ, ਜਿਹੜੀਆਂ ਬੈਂਕਾਂ ਸਨ, ਜਿਹੜੀਆਂ ਕਿਸ਼ਤਾਂ ਦੇ ਉੱਤੇ ਜਿਨ੍ਹਾਂ ਕੋਲੋਂ ਗੱਡੀਆਂ ਲਈਆਂ ਹੋਈਆਂ ਸਨ ਟੂਰਿਜ਼ਮ ਇੰਡਸਟਰੀ ਦੇ ਲੋਕਾਂ ਨੇ, ਜਦੋਂ ਉਹ ਵਿਚਾਰੇ ਵਿਹਲੇ ਹੋ ਗਏ, ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ, ਕੰਪਨੀਆਂ ਆਈਆਂ, ਬੈਂਕਾਂ ਆਈਆਂ ਤੇ ਉਹਨਾਂ ਦੀਆਂ ਗੱਡੀਆਂ ਚੁੱਕ ਕੇ ਲੈ ਗਈਆਂ। ਸੋ ਇੱਕ ਕਿਸਮ ਦੀ ਬੜੀ ਵੱਡੀ ਇਨਸਲਟ ਸੀ ਇਹਨਾਂ ਲੋਕਾਂ ਦੇ ਲਈ। ਉਹ ਇੱਕ ਕਿਸਮ ਦੇ ਬੜੀ ਇੱਕ ਡਿਪਰੈਸ਼ਨ ਦੀ ਘੁੰਮਣ ਘੇਰੀ ਵਿੱਚ ਫਸ ਗਏ। ਔਰ ਬਹੁਤ ਸਾਰੇ ਜਿਹੜੇ ਸਨ, ਉਹ ਕਈਆਂ ਨੇ ਆਪਣੇ ਪ੍ਰੋਫੈਸ਼ਨ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਸਿੱਧ ਹੋਏ। ਸੋ ਕਹਿਣ ਤੋਂ ਭਾਵ ਮੇਰਾ ਇਹ ਕਿ ਇਹ ਰੱਬ ਦੇ ਭਰੋਸੇ ਤੇ ਟੂਰਿਜ਼ਮ ਇੰਡਸਟਰੀ ਦੇ ਲੋਕਾਂ ਨੇ ਆਪਣੇ ਦਿਨ ਕੱਟੇ ਹਨ, ਪਰ ਹੋਪ ਹੈ ਕਿ ਥਿੰਗਸ ਵਿਲ ਬੀ ਚੇਂਜਡ ਐਂਡ ਦੇ ਵਿਲ ਕਮ ਔਨ ਦਾ ਰਾਈਟ ਟਰੈਕ। ਮੈਂ ਇੱਥੇ ਦੱਸਣਾ ਚਾਹਾਂਗਾ ਭਾਜੀ ਕਿ ਗਵਰਨਮੈਂਟ ਨੂੰ ਤਾਂ ਛੱਡੋ, ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ, ਉਹਦੇ ਕੋਲ ਲੱਖਾਂ ਕਰੋੜਾਂ ਰੁਪਈਆ ਦਾ ਬਜਟ ਹੈ। ਔਰ 25 ਤੋਂ 30 ਗਾਈਡ ਜਿਹੜੇ ਸਨ, ਉਹ ਵਿਦੇਸ਼ੀਆਂ ਨੂੰ ਹਰਿਮੰਦਰ ਸਾਹਿਬ ਲਿਜਾ ਕੇ ਉਹਨਾਂ ਨੂੰ ਸਰੋਵਰ ਦੀ ਮਹੱਤਤਾ, ਹਰਿਮੰਦਰ ਸਾਹਿਬ ਦੀ ਮਹੱਤਤਾ, ਲੰਗਰ ਵਿਖਾਉਂਦੇ ਸਨ, ਕਮਿਊਨਿਟੀ ਕਿਚਨ ਵਿਖਾਉਂਦੇ ਸਨ। ਸਾਰਾ ਸ਼੍ਰੋਮਣੀ ਕਮੇਟੀ ਨੇ ਵੀ 25 ਤੋਂ 30 ਲੋਕਾਂ ਨੂੰ ਕੋਈ ਕੰਪਨਸੇਟ ਦੇਣ ਦੇ ਲਈ, ਕਰਨ ਦੇ ਲਈ ਕੋਈ ਸਟੈਪ ਨਹੀਂ ਲਿਆ। ਹਾਲਾਂਕਿ ਉੱਥੇ ਅਜਿਹੇ ਲੋਕ ਵੀ ਹਨ ਜਿਹੜੇ ਸਕੱਤਰ ਪੱਧਰ ਦੇ, ਜਿਨ੍ਹਾਂ ਦੀ ਤਨਖਾਹ 1.25 ਲੱਖ 1.5 ਲੱਖ ਰੁਪਈਆ ਮਹੀਨਾ ਹੈ, ਔਰ ਉਹ ਉਹਨਾਂ ਨੂੰ ਕੋਵਿਡ ਦੇ ਵਿੱਚ ਵੀ ਮਿਲਦੀ ਰਹੀ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਕਿ ਜੇ ਉਹ 10,000 15,000 ਰੁਪਈਆ ਜੇ ਉਹ ਕੰਪਨਸੇਟ ਕਰ ਵੀ ਦਿੰਦੇ 30 ਗਾਈਡਾਂ ਨੂੰ, ਤੇ ਸਾਰਾ 4.5-5 ਲੱਖ ਰੁਪਏ ਦੇ ਵਿੱਚ ਉਹਨਾਂ ਨੂੰ ਇੱਕ ਕਿਸਮ ਦੀ, ਉਹ ਕਹਿੰਦੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਵਾਲੀ ਗੱਲ ਸੀ। ਸੋ ਇਹ ਪ੍ਰੋਬਲਮਸ ਨੇ ਇੰਡੀਆ ਦੀਆਂ, ਇਹ ਹਿੰਦੁਸਤਾਨ ਦੀਆਂ ਪ੍ਰੋਬਲਮਸ ਨੇ। ਕੰਟਰੀ ਗ੍ਰੇਟ ਆ, ਲੇਕਿਨ ਇਹ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮਸ ਨੇ, ਇਸੇ ਕਰਕੇ ਹੀ ਸ਼ਾਇਦ ਜਿਹੜੀ ਸਾਡਾ ਯੂਥ ਆ, ਇਸੇ ਕਰਕੇ ਜਿਹੜਾ ਸਾਡਾ ਪੜ੍ਹਿਆ ਲਿਖਿਆ ਵਰਗ ਆ, ਉਹ ਇਸ ਦੇਸ਼ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦਾ। ਬਟ ਕੰਟਰੀ ਜਿਹੜੀ ਆ ਉਹ ਗ੍ਰੇਟ ਆ, ਜੇ ਅਸੀਂ ਇਹਦੀ ਸਪਿਰਿਚੁਅਲ ਪੱਖ ਵੇਖੀਏ, ਜੇ ਇਹਦਾ ਅਸੀਂ ਹਿਸਟੋਰਿਕ ਪੱਖ, ਮੈਂ ਇਹੋ ਗੱਲ ਵੱਲ ਜਾਣਾ ਚਾਹੁੰਦਾ ਸੀ ਕਿ ਜੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ, ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਪੈਕੇਜ ਨਹੀਂ ਮਿਲਿਆ, ਪਰ ਤੁਸੀਂ ਭਾਵੇਂ 30 ਜਾਣੇ ਨੇ, ਭਾਵੇਂ 40 ਜਾਣੇ ਨੇ, ਉਹਨਾਂ ਨੇ ਇਹ ਪ੍ਰੋਫੈਸ਼ਨ ਬਣਾਇਆ, ਤੇ ਹੁਣ ਉਹ ਕਿਸੇ ਹੋਰ ਪਾਸੇ ਜੇ ਨੌਕਰੀ ਚਾਹਣ, ਉਹ ਵੀ ਨਹੀਂ ਕਰ ਸਕਦੇ। ਉਹ ਸ੍ਰੀ ਹਰਿਮੰਦਰ ਸਾਹਿਬ, ਸਾਡੇ ਅੰਮ੍ਰਿਤਸਰ ਸ਼ਹਿਰ ਦੀ ਮਹੱਤਤਾ, ਉਹਦਾ ਇਤਿਹਾਸ ਉੱਤੋਂ ਜਾਣੂ ਨੇ। ਜੇਕਰ ਉਹਨਾਂ ਦਾ ਇਹ ਹਾਲ ਹੈ, ਤੇ ਗਾਂ ਕੋਈ ਵੀ ਇਸ ਪੇਸ਼ੇ ਵੱਲ ਨਾ ਆਵੇ ਤੇ ਨਾ ਆਇਆ, ਤੇ ਫਿਰ ਸਾਡੇ ਭਵਿੱਖ ਵਿੱਚ ਜਿਹੜਾ ਲੋਕਾਂ ਨੂੰ ਜਿਹੜੇ ਵਿਦੇਸ਼ ਤੋਂ ਆਉਂਦੇ ਨੇ, ਅਸੀਂ ਦੇਖਦੇ ਹਾਂ, ਚਲੋ ਠੀਕ ਹੈ, ਦਰਬਾਰ ਸਾਹਿਬ ਜਾਂਦੇ ਨੇ, ਜੋ ਉਹਨਾਂ ਨੂੰ ਜਾਣਕਾਰੀ ਇੰਟਰਨੈਟ ਤੇ ਮਿਲਦੀ ਹੈ, ਪਰ ਜੋ ਜਾਣਕਾਰੀ ਤੁਸੀਂ ਦੇਣੀ ਹੈ ਉਹਨਾਂ ਨੂੰ, ਜੋ ਜਾਣਕਾਰੀ ਤੁਸੀਂ ਸਿੱਧਾ ਵਿਖਾ ਕੇ ਇਹਨਾਂ ਜਗ੍ਹਾਵਾਂ ਜਿਹੜੇ ਹਾਲੇ ਰਹਿੰਦੀਆਂ ਨੇ, ਜਿਹੜੀਆਂ ਸਰਵਾਈਵ ਕੀਤੀਆਂ ਨੇ ਬਾਜ਼ਾਰਾਂ ਵਿੱਚ, ਤੇ ਮੈਂ ਸਾਰੇ NRI ਭਰਾਵਾਂ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਗਾਈਡ ਕੰਪਨੀ ਜਾਂ ਕਿਸ ਤਰ੍ਹਾਂ ਗਾਈਡ ਦੇਖੋ ਜਿਹੜੇ ਕਿ ਇਸ ਤਰ੍ਹਾਂ ਕਰ ਰਹੇ ਨੇ, ਸਾਨੂੰ ਵੀ ਕੋਈ ਨਾ ਕੋਈ ਸੰਸਥਾਵਾਂ ਬਹੁਤ ਨੇ, ਬਹੁਤ ਅਸੀਂ ਕਹਾਂਗੇ ਵਿਦੇਸ਼ ਸਾਡੇ ਲੋਕ ਬੜੇ ਚੰਗੇ ਰਹਿਣ ਵਾਲੇ ਨੇ, ਕਈ ਲੋਕ ਬਹੁਤ ਹੈਲਪ ਵੀ ਕਰਦੇ ਨੇ। ਜ਼ਰੂਰ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜੇ ਕਿਸੇ ਨੇ ਕੋਈ ਚੀਜ਼ ਇਨਵੈਸਟਮੈਂਟ ਵੀ ਕੋਈ ਹੋਵੇ, ਜਾਂ ਪੰਜਾਬ 'ਚ ਅਸੀਂ ਇਸ ਤਰ੍ਹਾਂ ਅੰਮ੍ਰਿਤਸਰ ਜੇ ਹੋਰ ਗਾਈਡ ਤਿਆਰ ਕਰੀਏ, ਓਬਵੀਅਸਲੀ ਅਸੀਂ ਇਸ ਸ਼ਹਿਰ ਲਈ ਕਰ ਰਹੇ ਹਾਂ, ਸੇਵਾ ਅਸੀਂ ਗੁਰਦੁਆਰੇ ਲਈ ਕਰਦੇ ਹਾਂ, ਪਰ ਇਸ ਪਾਸੇ ਵੱਲ ਵੀ ਜਿਹੜਾ ਹੈ ਸਾਡੀ ਸਿੱਖ ਕੌਮ ਨੂੰ
ਖਾਸ ਕਰਕੇ ਬਹੁਤ ਧਿਆਨ ਦੇਣ ਦੀ ਲੋੜ ਹੈ। ਜੇਕਰ ਅਸੀਂ ਇਹ ਵਿਰਾਸਤ ਖੋ ਬੈਠੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਦਾ ਘਰ ਕਿਹੜਾ ਸੀ, ਕਿੱਥੇ ਸੀ, ਕਿਹੜੀਆਂ ਥਾਵਾਂ ਨੇ, ਜੇਕਰ ਸਾਨੂੰ ਉਹੀ ਖੋ ਬੈਠੇ, ਕਾਫੀ ਥਾਵਾਂ ਤੇ ਚਲੋ ਗੁਰਦੁਆਰੇ ਬਣੇ ਨੇ, ਪਰ ਜੇਕਰ ਅਸੀਂ ਇਸ ਤਰ੍ਹਾਂ ਪੂਰਾ ਇਤਿਹਾਸ ਨੂੰ ਨਾ ਅਸੀਂ ਰੱਖ ਸਕੇ ਤੇ ਜਿਹੜੀਆਂ ਭਵਿੱਖ ਦੀਆਂ ਜਨਰੇਸ਼ਨ ਨੇ, ਭਵਿੱਖ ਦਾ ਸਮਾਂ ਵਾ ਸਾਨੂੰ ਮਾਫ ਨਹੀਂ ਕਰੇਗਾ। ਤੇ ਮੈਨੂੰ ਪਤਾ ਹੈ ਤੁਸੀਂ ਇਸ ਤਰ੍ਹਾਂ ਦੱਸਿਆ ਕਿ ਅੰਮ੍ਰਿਤਸਰ ਹੈਰੀਟੇਜ ਵਾਕ, ਜੇਕਰ ਜੌਲ ਸਾਹਿਬ ਸਮਾਂ ਜਿਹੜਾ ਹੈ ਕਾਫੀ ਹੋ ਗਿਆ, ਤੁਹਾਡੇ ਨਾਲ ਹੋਰ ਗੱਲਬਾਤ ਕਰਾਂਗੇ, ਆਪਾਂ ਕਰਦੇ ਰਵਾਂਗੇ ਹੋਰ, ਜਿਸ ਤਰ੍ਹਾਂ ਤੁਸੀਂ ਦੱਸਿਆ ਅਖਾੜਿਆਂ ਬਾਰੇ, ਵਿਰਾਸਤ ਬਾਰੇ। ਪਰ SGPC ਜੇਕਰ ਸਾਡੇ ਵਿਦੇਸ਼ ਵਿੱਚ ਰਹਿਣ ਵਾਲੇ ਨੇ ਉਹ ਜ਼ਰੂਰ ਇਸ ਸੰਬੰਧੀ ਗੱਲਬਾਤ ਕਰਨ। ਕਿਉਂ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਿਹੜੇ ਨੇ ਦਰਬਾਰ ਸਾਹਿਬ ਵਿੱਚ ਕੀ, ਅਖੀਰਲਾ ਸਵਾਲ, ਕੀ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਨੇ ਕੁਝ ਹਰਮੰਦਰ ਸਾਹਿਬ ਦਾ ਟੂਰ ਦੇਣ ਲਈ ਦੱਸਣ ਲਈ, ਮੈਨੂੰ ਪਤਾ ਉੱਥੇ ਬੋਰਡ ਤੇ ਲੱਗੇ ਨੇ, ਕਿ ਉਹਨਾਂ ਨੇ ਕੁਝ ਆਪਣੇ ਗਾਈਡ ਤਿਆਰ ਕੀਤੇ ਨੇ? ਨਹੀਂ ਕੀਤੇ, ਮੈਂ ਇਹ ਕਹਿ ਸਕਦਾ ਨਹੀਂ ਕੀਤੇ, ਲੇਕਿਨ ਕੁਝ ਲੋਕ ਜਿਹੜੇ ਉਹਨਾਂ ਦੇ ਸੂਚਨਾ ਕੇਂਦਰ ਦੇ ਵਿੱਚ ਹਨ, ਪਰ ਉਹ ਸੂਚਨਾ ਕੇਂਦਰ ਦਾ ਇੱਕ ਆਪਣਾ ਇੱਕ ਸਿਸਟਮ ਹੈ ਕੰਮ ਕਰਨ ਦਾ, ਔਰ ਉੱਥੇ ਜਿਹੜੀ ਆ ਉਹ ਇੱਕ ਹੋਰ ਸਿਸਟਮ ਹੈ, ਉਹ ਗਾਈਡ ਨਹੀਂ ਅਸੀਂ ਉਹਨੂੰ ਕਹਿ ਸਕਦੇ। ਸੋ ਉਹਦੇ ਬਾਰੇ ਅਸੀਂ ਗੱਲ ਕਰ ਸਕਦੇ ਹਾਂ, ਤਫਸੀਲ ਦੇ ਵਿੱਚ ਗੱਲ ਕਰ ਸਕਦੇ ਹਾਂ ਕਿ ਇਹ ਸ਼੍ਰੋਮਣੀ ਕਮੇਟੀ ਕੀ ਗਾਈਡ ਪ੍ਰੋਵਾਈਡ ਕਰਨ ਦੇ ਵਿੱਚ ਸਫਲ ਹੋਈ ਹੈ ਜਾਂ ਸਫਲ ਨਹੀਂ ਹੋਈ ਹੈ। ਬਿਲਕੁਲ ਠੀਕ ਹੈ ਜੀ। ਤੇ ਜੇ ਤੁਸੀਂ, ਮੈਨੂੰ ਪਤਾ ਤੁਹਾਡੀ ਵੈਬਸਾਈਟ ਹੈ amritsarheritagewalk.com, ਕੀ ਇਹ ਵੈਬਸਾਈਟ ਤੇ ਜਾਂ ਹੋਰ ਜਾਣਕਾਰੀ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੇ ਜ਼ਰੂਰ ਉਹ ਜਾਣਕਾਰੀ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਜ਼ਰੂਰ ਜਾਣਕਾਰੀ ਦਿਓ, ਜੇਕਰ ਤੁਸੀਂ ਆਪਣਾ ਨੰਬਰ ਵੀ ਸ਼ੇਅਰ ਕਰਨਾ ਹੈ ਜਾਂ ਕਿਸ ਤਰ੍ਹਾਂ ਵੀ ਹੈ, ਤਾਂ ਜੋ ਜੇਕਰ ਖਾਸ ਕਰਕੇ ਪ੍ਰੋਗਰਾਮ ਦੇਖਣ ਤੋਂ ਬਾਅਦ ਕਿਸੇ ਨੇ ਜਿਹੜੀ ਹੈਰੀਟੇਜ ਵਾਕ ਹੈ ਜਾਂ ਹੋਰ ਥਾਵਾਂ ਜਿਹੜੀਆਂ ਕਿ ਉਹਨਾਂ ਨੇ ਦੇਖਣੀਆਂ ਹੋਣ, ਉਹ ਜ਼ਰੂਰ ਤੁਹਾਨੂੰ ਕੰਟੈਕਟ ਕਰ ਸਕਣ ਜਾਂ ਉਹਨਾਂ ਨੂੰ ਤੁਸੀਂ ਜਾਣਕਾਰੀ ਦੇ ਸਕੋ। ਜ਼ਰੂਰ ਆਪਣੀ ਜਾਣਕਾਰੀ ਜਿਹੜੀ ਹੈ ਵੈਬਸਾਈਟ ਜਾਂ ਈਮੇਲ ਜਾਂ ਫੋਨ ਨੰਬਰ ਤੁਸੀਂ ਜ਼ਰੂਰ ਸਾਰਿਆਂ ਨੇ ਸ਼ੇਅਰ ਕਰੋ ਜੀ। ਥੈਂਕ ਯੂ ਸੋ ਮਚ ਸਮੀਪ ਭਾਜੀ, ਤੁਸੀਂ ਮੈਨੂੰ ਮੌਕਾ ਦਿੱਤਾ ਔਰ ਗੱਲਬਾਤ ਕਰਨ ਦਾ, ਔਰ ਡੈਫੀਨੇਟਲੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਡੇ NRI ਭਰਾ ਜਿਹੜੇ ਬੱਚੇ ਉੱਥੋਂ ਦੇ ਬੌਰਨ ਬਰੌਟ ਅਪ ਇੱਥੇ ਲੈ ਕੇ ਆਉਂਦੇ ਨੇ, ਉਹਨਾਂ ਨੂੰ ਆਪਣਾ ਪੰਜਾਬ ਦਿਖਾਉਣ, ਕਲਚਰ ਦਿਖਾਉਣ, ਔਰ ਮੈਨੂੰ ਬੜੀ ਡਾਢੀ ਖੁਸ਼ੀ ਹੁੰਦੀ ਆ ਉਹਨਾਂ ਨੂੰ ਗਾਈਡ ਕਰਨ 'ਚ, ਉਹਨਾਂ ਨਾਲ ਗੱਲਬਾਤ ਕਰਨ 'ਚ, ਔਰ ਜਿੰਨੀ ਕੁ ਮੈਨੂੰ ਨੌਲੇਜ ਆ ਉਹ ਨੌਲੇਜ ਉਹਨਾਂ ਨੂੰ ਦੇਣ ਦੇ ਵਿੱਚ। ਔਰ ਅਗਰ ਜੇ ਕੋਈ ਵੀ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦਾ ਹੈ ਤਾਂ ਉਹ ਮੇਰੀ ਈਮੇਲ ID amritsarheritagewalk@gmail.com ਤੇ ਮੈਨੂੰ ਕੰਟੈਕਟ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਹੜੀ amritsarheritagewalk.com ਹੈ, ਮੇਰੀ ਵੈਬਸਾਈਟ ਹੈ, ਇਸ ਦੇ ਉੱਤੇ ਵੀ ਮੇਰਾ ਜਿਹੜਾ ਸਾਰੇ ਕੰਟੈਕਟਸ ਨੰਬਰ ਜਿਹੜੇ ਨੇ ਉਹ ਲਿਖੇ ਹੋਏ ਨੇ। ਮੈਂ ਸਾਰੇ NRI ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਬੜੀ ਬਿਊਟੀਫੁਲ ਕੰਟਰੀ ਹੈ ਇੰਡੀਆ, ਬੜੀ ਖੂਬਸੂਰਤ ਕੰਟਰੀ ਹੈ, ਰਿਚ ਕੰਟਰੀ ਹੈ, ਔਰ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਲੈ ਕੇ ਆਓ ਔਰ ਇਹਦੇ ਇਤਿਹਾਸ ਤੋਂ, ਇਹਦੇ ਕਲਚਰ ਤੋਂ ਉਹਨਾਂ ਨੂੰ ਜਾਣੂ ਕਰਾਓ। ਹਰ ਕੰਟਰੀ ਦੇ ਵਿੱਚ ਸ਼ਾਰਟਕਮਿੰਗਸ ਹਨ, ਊਣਤਾਈਆਂ ਹਨ, ਇੰਡੀਆ 'ਚ ਕੁਝ ਜ਼ਿਆਦਾ ਹੋ ਸਕਦੀਆਂ ਹਨ, ਪਰ ਜਿਹੜਾ ਇਹਦਾ ਇਤਿਹਾਸ ਹੈ, ਜਿਹੜੀ ਇਹਦੀ ਸੰਸਕ੍ਰਿਤੀ ਹੈ, ਸੱਭਿਆਚਾਰ ਹੈ, ਉਹ ਵਾਕਿਆ ਹੀ ਇੱਕ ਹਾਰਟ ਨੂੰ ਟੱਚ ਕਰਦਾ ਹੈ। ਇਸ ਦਾ ਇੱਕ ਆਪਣਾ ਔਰਾ ਹੈ, ਇਸ ਦੀ ਇੱਕ ਆਪਣੀ ਮੈਟਾਫਿਜ਼ਿਕਸ ਹੈ, ਜਿਸ ਨੂੰ ਫੀਲ ਕਰਕੇ ਹੀ, ਮਹਿਸੂਸ ਕਰਕੇ ਹੀ ਅਸੀਂ ਇਹਨੂੰ ਬਿਆਨ ਕਰ ਸਕਦੇ ਹਾਂ, ਉਸ ਤਰ੍ਹਾਂ ਨਹੀਂ। ਸਮੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਜੀ ਫਿਰ ਦੱਸਦਾ, ਇਹਨਾਂ ਨੇ ਦੱਸਿਆ ਅੰਮ੍ਰਿਤਸਰ ਹੈਰੀਟੇਜ ਵਾਕ, ਬੜਾ ਸੌਖਾ ਹੈ, amritsarheritagewalk.com ਇਹਨਾਂ ਦੀ ਵੈਬਸਾਈਟ ਹੈ। ਤੇ ਜੇਕਰ ਈਮੇਲ ਕਰਨੀ ਹੈ ਤੇ amritsarheritagewalk@gmail.com, ਤੇ ਜੇਕਰ ਤੁਸੀਂ ਉਹਨਾਂ ਨੂੰ ਫੋਨ ਤੇ ਵੀ ਸੰਪਰਕ ਕਰਨਾ ਹੈ ਤੇ ਤੁਸੀਂ ਉਹਨਾਂ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਫੋਨ ਨੰਬਰ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਕਰੋ ਜੀ ਆਪਣਾ, ਤਾਂ ਜੋ। ਮੇਰਾ ਨੰਬਰ ਹੈ ਜੀ ਇੰਡੀਆ ਮੋਬਾਈਲ ਨੰਬਰ 9815643953, 9815643953। ਬਹੁਤ ਬਹੁਤ ਧੰਨਵਾਦ ਜੀ। ਇਹ ਮੈਂ ਇਹ ਕਹਾਂਗਾ ਕਿ ਤੁਹਾਡੇ ਨਾਲ ਜਿਹੜੇ ਹੋਰ ਵੀ ਸੱਜਣ ਜੁੜੇ ਨੇ, ਸਾਨੂੰ ਮੈਂ ਖੁਦ ਦੇਖਦਾ ਵਾਂ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ, ਜਦੋਂ ਕੋਈ ਬਿਲਡਿੰਗ ਡਿੱਗਦੀ ਹੈ, ਖਾਸ ਕਰਕੇ ਜਦੋਂ ਦਰਬਾਰ ਸਾਹਿਬ ਦੇ ਰਸਤੇ, ਤੁਸੀਂ ਮੇਨ ਸਟਰੀਟ ਤੇ ਅਸੀਂ ਸਾਰਿਆਂ ਨੇ ਦੇਖੀ ਹੈ, ਪਰ ਜੇ ਅਸੀਂ ਅੰਦਰ ਜਾਈਏ ਕਟਰਾ ਆਲੂ ਵਾਲੀਆ ਜਾਂ ਜਿੱਥੇ ਖਾਸ ਕਰਕੇ ਲੋਕ ਜਲੇਬੀਆਂ ਖਾਣ ਵੀ ਜਾਂਦੇ ਨੇ, ਹੋਰ ਜਿਹੜੇ ਅੰਦਰ ਬਾਜ਼ਾਰ ਨੇ, ਉੱਥੇ ਬਹੁਤ ਇਮਾਰਤਾਂ ਐਸੀਆਂ ਨੇ ਜਿਹੜੀਆਂ ਕਿ ਪੁਰਾਣੇ ਹੈਰੀਟੇਜ ਨਾਲ ਬਣੀਆਂ ਨੇ, ਜੋ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਵਿਰਾਸਤ ਹੈ ਉਹ। ਸੋ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਵਸਾਈ ਗਈ ਇਹ ਨਗਰੀ, ਖਾਸ ਕਰਕੇ ਜਿਹੜੇ ਬਾਜ਼ਾਰ ਨਾਲ ਸਨ, ਕੁਝ ਤੇ 84 ਤੋਂ ਬਾਅਦ 88 ਤੋਂ ਬਾਅਦ ਗਲਿਆਰੇ ਵਿੱਚ ਖਤਮ ਕਰ ਦਿੱਤੇ ਗਏ, ਪਰ ਜੋ ਸਾਡੇ ਕੋਲ ਬਚਿਆ ਹੈ, ਆਓ ਅਸੀਂ ਹੰਬਲਾ ਮਾਰੀਏ। ਜ਼ਰੂਰਤ ਹੈ ਸਾਨੂੰ ਅਵੇਅਰ ਹੋਣ ਦੀ। ਜੇਕਰ ਅਸੀਂ ਵਿਦੇਸ਼ ਤੋਂ, ਕੋਈ ਵੀ ਵਿਦੇਸ਼ ਤੇ NRI ਵੀ ਨੇ, ਉਹ ਵੀ ਇਸ ਵਿੱਚ ਮਦਦ ਕਰਨੀ ਚਾਹਣ ਤੇ ਜ਼ਰੂਰ ਇਸ ਵਿੱਚ ਆਪਣਾ ਯੋਗਦਾਨ ਪਾਉਣ।
ਤੇ ਮੈਂ ਫਿਰ ਤੋਂ ਇੱਕ ਵਾਰ ਤੁਹਾਡਾ ਜੌਲ ਸਾਹਿਬ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਇਸ ਸੰਬੰਧੀ ਹੋਰ ਵੀ ਕੋਈ ਜਾਣਕਾਰੀ ਲੈਣਾ, ਉਹ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਨੇ। ਮੇਰਾ ਈਮੇਲ ਹੈ sameep.singh@gmail.com, sameep.singh@gmail.com, ਤੇ ਜ਼ਰੂਰ ਤੁਸੀਂ ਸਾਡੇ ਨਾਲ ਵੀ ਸੰਪਰਕ ਕਰੋ। ਤੇ ਉਮੀਦ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਫਿਰ ਤੋਂ ਹੋਰ ਇਤਿਹਾਸ ਲੈ ਕੇ, ਖਾਸ ਕਰਕੇ ਤੇ ਪੂਰੀ ਲਾਇਬ੍ਰੇਰੀ ਹੈ ਜੋ ਉਹਨਾਂ ਨੇ ਦੱਸਿਆ ਟਾਊਨ ਹਾਲ ਬੁੰਗਿਆਂ ਬਾਰੇ, ਹੋਰ ਲੈ ਕੇ ਤੁਹਾਡੇ ਨਾਲ ਫਿਰ ਤੋਂ ਅਸੀਂ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।